गुरु नानक अंगद गुरु अमरदास बलवंद रामदास अर्जन गुरु वर श्री हर गोविंद हरे राय हरे कृष्ण गुर केग बहादुर चंद दसवें गोविंद सिंह गुरु नमो चरण अरविंद एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। कहाँ बुद्ध ब्रव तुझ मारी मर सकह महिमा जो तिहारी। हम ना सकत कर सिफत तुम्हारी आप ले हो तुम कथा सुधारी। मूक उचरै शास्त्र खट टिंग गिरन चढ़ जाय। अंध लखै बदरो सुनै जब काल कृपा कराए। सो कहो टल गुर सेविय अहनिस सहज सुभाई। दर्शन परसे गुरु कै जन्म मरण दुख जाय। दर्शन परसे गुरु कै जन्म मरण दुख जाय। सतनाम श्री वाहिगुरु साहिब जी तोहरा पंथ चलियो तब बाणिया हर गोपाल जिस नाहे। गुर ते लियो करा कश बंद काठ में जाए। दोहरा पंथ चलियो तब बाणिया हर गोपाल जिस नाहे। वाहिगुरु जी का खालसा वाहिगुरु जी की फतेह। परम सत्कारयोग जुगो जुग अटल गुरता गद्दी ते शभाए मान। दसां पातशाहियां दी आत्मक जोत बाणी गुरु शब्द गुरु धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर बड़े ही प्यार अदब सत्कार श्रद्धा भावना के सहित जुड़ बैठी गुरु प्यारी साध संगत जीओ। सतगुरां की कृपा का सदका सतगुरु सच्चे पातशाह जी के पावन पवित्र अस्थान गुरुद्वारा शहीद बाबा निहाल सिंह जी संत बाबा हरनाम सिंह जी तल्लण जलंधर की धरती के उत्ते आप समूह संगतां बड़े प्यार के नाल शाम के दीवान दीआं हाज़रियां भर रहे हो। सजे हुए दीवानां विच आपां सबनां ने रब्बी बाणी का कीर्तन सरवण किया। उपरंत रहरास साहिब के नितनेम जाप उपरंत रोजाना चल रही लड़ीवार कथा सतगुरां के पावन पवित्र गुर इतिहास की कथा चूड़ामणि कवि
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਲਮ ਦੁਆਰਾ ਜੋ ਸਤਿਗੁਰਾਂ ਦਾ ਜੀਵਨ ਬੜੇ ਵਿਸਥਾਰ ਸਹਿਤ ਉਹਨਾਂ ਨੇ ਗੁਰੂ ਕਿਰਪਾ ਸਦਕਾ ਲਿਖਿਆ ਹੈ, ਉਸ ਦੇ ਵਿੱਚੋਂ ਆਪਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ, ਪੰਜਵੀਂ ਰੁੱਤ ਅਤੇ ਅੱਜ ਜਿਹੜਾ ਆਪਾਂ ਅੰਸ਼ੂ ਕਰਨਾ ਹੈ, ਅਧਿਆਏ ਕਰਨਾ ਹੈ, 13ਵਾਂ ਅਧਿਆਏ ਦੀ ਕਥਾ ਅੱਜ ਆਪਾਂ ਸਰਵਣ ਕਰਨੀ ਹੈ। ਇਸ ਤੋਂ ਪਹਿਲਾਂ ਆਪ ਜੀ ਨੇ ਬੀਤੇ ਕੱਲ ਸੁਣਿਆ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੱਖਣ ਦਿਸ਼ਾ ਦੇ ਵੱਲੋਂ ਉਜੈਨਪੁਰ ਤੋਂ, ਉਜੈਨ ਨਗਰ ਤੋਂ ਕੁਝ ਸਾਧੂ ਮਹਾਤਮਾ ਆਏ, ਕੁਝ ਸਿੱਖ ਸੰਗਤਾਂ ਇਹਨਾਂ ਦੇ ਨਾਲ ਆਈਆਂ ਤੇ ਇਹਨਾਂ ਸੰਗਤਾਂ ਦੇ ਵਿੱਚ ਇੱਕ ਬਾਣੀਆ ਜਾਤੀ ਦਾ ਹਰਗੋਪਾਲ ਵੀ ਆਇਆ। ਭਾਈ ਹਰਗੋਪਾਲ ਜੀ ਦਾ ਪਿਤਾ ਬਿਸ਼ੰਬਰ ਦਾਸ ਗੁਰੂ ਘਰ ਦਾ ਸਿੱਖ ਹੋ ਚੁੱਕਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਚਰਨ ਪਾਹਲ ਲੈ ਕਰਕੇ ਉਹਨੇ ਆਪਣੇ ਪੁੱਤਰ ਨੂੰ ਇਸ ਸੰਗ ਦੇ ਨਾਲ, ਸੰਗਤ ਦੇ ਨਾਲ ਸਤਿਗੁਰੂ ਦੇ ਦਰਸ਼ਨ ਕਰਨ ਹਿੱਤ ਭੇਜਿਆ। ਜਿੰਨਾ ਇਹਦਾ ਪਿਤਾ ਬਿਸ਼ੰਬਰ ਦਾਸ ਸ਼ਰਧਾਵਾਨ ਸੀ, ਇਹਦਾ ਪੁੱਤਰ ਹਰਗੋਪਾਲ ਇਹਦੇ ਮਨ ਵਿੱਚ ਉਨੀ ਸ਼ਰਧਾ ਨਹੀਂ ਸੀ, ਕਚਿਆਈ ਸੀ। ਕਦੇ ਮਨ ਵਿੱਚ ਸ਼ਰਧਾ ਆ ਜਾਂਦੀ, ਕਦੇ ਸ਼ੰਕਾ ਆ ਜਾਂਦਾ। ਕੱਚੀ ਸ਼ਰਧਾ ਸੀ, ਅਟੁੱਟ ਦ੍ਰਿੜ ਵਿਸ਼ਵਾਸ ਗੁਰੂ ਨਾਨਕ ਦੇ ਘਰ ਦੇ ਉੱਤੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਇਹ ਕਰ ਨਾ ਸਕਿਆ, ਕਿਉਂਕਿ ਗੁਰੂ ਦੀ ਬਾਹਰੀ ਕਿਰਿਆ ਨੂੰ ਵੇਖ ਕੇ ਇਹਦੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਉਤਪੰਨ ਹੋ ਗਏ। ਜਿਸ ਵੇਲੇ ਆਇਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਸ ਵੇਲੇ ਸ਼ਿਕਾਰ ਦੇ ਬਹਾਨੇ ਜੀਵਾਂ ਦਾ ਉਧਾਰ ਕਰਨ ਦੇ ਲਈ ਗਏ ਹੋਏ ਸਨ। ਵਾਪਸ ਆਏ ਤੇ ਇੱਕ ਪੰਛੀ ਦਾ ਮਾਸ, ਤਾਂਬਾ, ਬਾਜ ਨੂੰ ਛਕਾ ਰਹੇ ਸਨ ਮੋਟੀ ਫੜ ਕੇ। ਤਾਂ ਇਹਦੇ ਮਨ ਦੇ ਵਿੱਚ, ਕਿਉਂਕਿ ਇਹ ਕੁਝ ਵੈਸ਼ਨੋ ਮਤ ਤੋਂ ਪ੍ਰਭਾਵਿਤ ਸੀ, ਇਹਦੇ ਮਨ ਦੇ ਵਿੱਚ ਇਹ ਸ਼ੰਕਾ ਆ ਗਈ ਕਿ ਗੁਰੂ ਦਾ ਕੰਮ ਤਾਂ ਮਾਸ, ਮਦਰਾ ਇਤਿਆਦਿਕ ਵਸਤੂਆਂ ਤੋਂ ਦੂਰ ਰਹਿਣ ਦਾ ਹੁੰਦਾ ਹੈ ਤੇ ਇਹ ਗੁਰੂ ਤਾਂ ਖੁਦ ਮਾਸ ਨੂੰ ਹੱਥ ਲਗਾ ਰਿਹਾ, ਖਬਰੇ ਹੋ ਸਕਦਾ ਇਹ ਆਪ ਵੀ ਛਕਦੇ ਹੋਣ। ਇਹ ਮਨ ਵਿੱਚ ਇਹਦੇ ਸ਼ੰਕਾ ਆ ਗਿਆ ਹਰਗੋਪਾਲ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣ ਲੱਗੇ, ਉਦੋਂ ਵੀ ਇਹਨੇ ਮਨ ਹੀ ਮਨ ਇੱਕ ਮਨੋਰਥ ਜਿਹਾ ਬਣਾ ਲਿਆ, ਮਨ ਵਿੱਚ ਫੁਰਨਾ ਬਣਾ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਆਪਣੇ ਇਸ ਥਾਲੇ ਦੇ ਵਿੱਚੋਂ ਸ਼ੀਤ ਪ੍ਰਸ਼ਾਦ ਨਾ ਕਿਤੇ ਦੇ ਦੇਣ, ਕਿਉਂਕਿ ਮਨ ਵਿੱਚ ਸ਼ੰਕਾ ਸੀ ਨਾ। ਗੁਰੂ ਘਰ ਦੇ ਛਤੀ ਪਦਾਰਥ ਥਾਲ ਦੇ ਵਿੱਚ ਪਰੋਸੇ ਹੋਏ, ਪਰ ਇਹਨੂੰ ਲੱਗਦਾ ਸੀ ਸ਼ਾਇਦ ਇਹਦੇ ਵਿੱਚ ਵੀ ਮਾਸ ਹੋਵੇਗਾ। ਸਤਿਗੁਰਾਂ ਨੇ ਇਹਦੇ ਮਨ ਦੀ ਗੱਲ ਜਾਣ ਕੇ ਰਸੋਈਏ ਲਾਂਗਰੀ ਸਿੰਘ ਨੂੰ ਆਖਿਆ, ਭਾਈ ਆ ਜਿਹੜਾ ਹਰਗੋਪਾਲ ਆ ਨਾ, ਇਹਨੂੰ ਜਾ ਕੇ ਸੁੱਚਾ ਭੋਜਨ ਛਕਾ ਦਿਓ ਲੰਗਰ ਦੇ ਵਿੱਚੋਂ। ਭੋਜਨ ਛਕਿਆ ਤੇ ਨਾਲ ਹੀ ਮਨ ਵਿੱਚ ਸ਼ਰਧਾ ਵੀ ਵੱਧ ਗਈ ਕਿ ਸਤਿਗੁਰ ਸੱਚੇ ਪਾਤਸ਼ਾਹ ਤਾਂ ਦਿਲਾਂ ਦੀਆਂ ਜਾਣਨ ਵਾਲੇ ਹੈ, ਇਹ ਪੂਰਾ ਗੁਰੂ ਹੈ। ਪਰ ਦੂਜੇ ਪਾਸੇ ਫਿਰ ਇਹਦੇ ਮਨ ਦੇ ਵਿੱਚ ਜਿਹੜੀ ਕਚਿਆਈ ਸੀ ਉਹ ਫਿਰ ਕਸਲੇਟੇ ਮਾਰਦੀ ਰਹੀ। ਰਾਤ ਨੂੰ ਸੁੱਤਾ, ਉਹ ਨੀਂਦਰੇ ਵਿੱਚ ਉਂਘਲਾਉਂਦਾ ਹੋਇਆ ਜਿਸ ਵੇਲੇ ਇਹਨੂੰ ਸੁਪਨੇ ਵੀ ਇਸ ਤਰ੍ਹਾਂ ਦੇ ਆਏ, ਇਹਨੂੰ ਲੱਗਿਆ ਕਿ ਮੇਰਾ ਤਾਂ ਇੱਥੇ ਆ ਕੇ ਧਰਮ ਧਾਰਨ ਕਰਨ ਆਇਆ ਸੀ, ਆਉਣਾ ਅਸਫਲਾ ਹੀ ਗਿਆ, ਸਫਲਾ ਨਹੀਂ ਹੋਇਆ, ਧਰਮ ਭ੍ਰਿਸ਼ਟ ਹੀ ਹੋ ਗਿਆ, ਜਨਮ ਹੀ ਵਿਗੜ ਗਿਆ। ਕਿਉਂਕਿ ਗੁਰੂ ਦੇ ਦਰਬਾਰ ਦੇ ਵਿੱਚ ਤਾਂ ਮਾਸ ਦੀ ਵਰਤੋਂ ਹੁੰਦੀ ਹੈ। ਇਹ ਮਨ ਦੇ ਵਿੱਚ ਇਹਦੇ ਭੁਲੇਖਾ ਪੈਦਾ ਹੋ ਗਿਆ। ਹਾਲਾਂਕਿ ਗੁਰੂ ਸਾਹਿਬ ਨੇ ਇਹਦੇ ਸਾਹਮਣੇ ਪ੍ਰਤੱਖ ਕੌਤਕ ਵਰਤਾ ਵੀ ਦਿੱਤਾ। ਉਹ ਪਿਛਲੀ ਵਾਰ ਤਾਂ ਦੱਸ ਵੀ ਦਿੱਤੀ ਕਿ ਭਾਈ ਇਹ ਚੋਰ ਸੀ ਜਿਹੜਾ ਪੰਛੀ ਬਣਿਆ ਸੀ ਤੇ ਇਹਨੇ ਸਾਡੀ ਝੂਠੀ ਕਸਮ ਖਾਧੀ ਸੀ ਜਦੋਂ ਅਸੀਂ ਦੁਸ਼ਟ ਦਮਨ ਦੇ ਰੂਪ ਵਿੱਚ ਸਾਂ। ਇਹ ਬਾਜ ਰਾਜਾ ਸੀ, ਇਹ ਰਾਜੇ ਨੂੰ ਯਕੀਨ ਦਿਵਾਉਣ ਵਾਸਤੇ ਇਹਨੇ ਝੂਠੀ ਸਹੁੰ ਚੁੱਕੀ ਤੇ ਉਹਦਾ ਹਿਸਾਬ ਕਿਤਾਬ ਅਸੀਂ ਅੱਜ ਚੁਕਤਾ ਕਰ ਦਿੱਤਾ, ਇਹਨਾਂ ਦਾ ਉਧਾਰ ਕੀਤਾ ਹੈ। ਕਿਉਂਕਿ ਮੇਰੀ ਜਾਮਣੀ ਪਵਾਈ ਸੀ ਵਿੱਚ, ਸਹੁੰ ਖਾਧੀ ਸੀ। ਅਸੀਂ ਤਾਂ ਆਪਣੀ ਉਹ ਜਿਹੜੀ ਇਹਨੇ ਸਹੁੰ ਖਾਧੀ ਸੀ, ਝੂਠੇ ਬੰਦੇ ਨੇ, ਤੇ ਉਹਦਾ ਜਿਹੜਾ ਇਹ ਫਲ ਭੁਗਤਾਇਆ ਹੈ ਇਹਨਾਂ ਦੋਵਾਂ ਨੂੰ। ਤੇ ਨਾਲ ਹੀ ਵਚਨ ਕੀਤਾ ਕਿ ਗੁਰੂ ਦੀ ਸਹੁੰ ਨਾ ਸੱਚੀ ਨਾ ਝੂਠੀ ਕਦੇ ਵੀ ਸਿੱਖ ਨੂੰ ਖਾਣੀ ਨਹੀਂ ਚਾਹੀਦੀ।
ਸੋ ਇਸ ਪ੍ਰਕਾਰ ਇਹ ਗੁਰੂ ਦੇ ਦਰਬਾਰ ਦੇ ਵਿੱਚ 1 ਮਹੀਨਾ ਰਿਹਾ। ਸਤਿਗੁਰ ਦੇ ਰੋਜ਼ ਦਰਸ਼ਨ ਕਰਿਆ ਕਰੇ। ਜਾਣ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨੂੰ ਇੱਕ ਵਚਨ ਕੀਤਾ ਕਿ ਤੇਰੇ ਪਿਤਾ ਵਿਸ਼ੰਬਰ ਦਾਸ ਨੂੰ ਕਹਿ ਨਹੀਂ, ਜੋ ਸ਼ਰਧਾ ਦਾ ਵਚਨ ਤੈਨੂੰ ਦਿੱਤਾ ਸੀ ਉਹ ਅਸਾਂ ਵਾਪਸ ਲੈ ਲਿਆ ਤੇ ਹੁਣ ਕਿਸੇ ਤਰ੍ਹਾਂ ਦੀ ਉਮੀਦ ਨਾ ਰੱਖੀ। ਇਹਨੇ ਕਿਹਾ ਮਹਾਰਾਜ ਮੈਨੂੰ ਸਮਝ ਨਹੀਂ ਆਈ, ਦੁਬਾਰਾ ਦੱਸ ਦਿਓ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰਾ ਪਿਤਾ ਵਿਸ਼ੰਬਰ ਦਾਸ ਸਮਝ ਜਾਵੇਗਾ, ਉਹਨੂੰ ਜਾ ਕੇ ਇਹ ਗੱਲ ਦੱਸਣੀ। ਵਚਨ ਕਹਿ ਦੀ। ਕਹਿੰਦਾ ਮਹਾਰਾਜ ਮੈਂ ਵੀ ਤਾਂ ਤੁਹਾਡਾ ਸਿੱਖ ਹੀ ਹੈ, ਮੈਨੂੰ ਦੱਸ ਦਿਓ। ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਮੇਰਾ ਸਿੱਖ ਕਿੱਧਰੋਂ ਹੋ ਗਿਆ? ਤੇਰੇ ਮਨ ਦੇ ਵਿੱਚ ਤਾਂ ਇਹ ਚਾਹਨਾ ਬਣੀ ਹੋਈ ਹੈ, ਇੱਛਾ ਬਣੀ ਹੋਈ ਹੈ ਕਿ ਮੈਂ ਕਿਸੇ ਵੈਸ਼ਨੋ ਸਾਧ ਦਾ ਚੇਲਾ ਬਣ ਜਾ। ਤੂੰ ਕਿਸੇ ਵੈਸ਼ਨੋ ਨੂੰ ਜਾ ਕੇ ਗੁਰੂ ਧਾਰਨ ਕਰ ਲੈ। ਤਰਕ ਮਾਰੀ ਸਤਿਗੁਰ ਸੱਚੇ ਪਾਤਸ਼ਾਹ ਨੇ। ਇਹਨੂੰ ਜਾਣ ਲੱਗੇ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਤੇ ਨਾਲ ਹੀ ਇੱਕ 4 ਤੋਲਿਆਂ ਦਾ ਸਰਬਲੋਹ ਦਾ ਕੜਾ ਬਖਸ਼ਿਸ਼ ਕੀਤਾ ਤੇ ਨਾਲ ਇੱਕ ਭਾਵ ਦਾ ਵਚਨ ਕਰ ਦਿੱਤਾ, ਸਿੱਖਾ ਤੇਰੇ ਮਨ ਦੇ ਵਿੱਚ ਭਾਵ ਪ੍ਰੇਮ ਬਣਿਆ ਰਹੇ ਗੁਰੂ ਘਰ ਦੇ ਨਾਲ। ਇਹ ਜਿਹੜਾ 500 ਰੁਪਈਆ ਲੈ ਕੇ ਆਇਆ ਸੀ ਇਹਦੇ ਪਿਤਾ ਨੇ ਦੇ ਕੇ ਭੇਜਿਆ ਸੀ ਕਿ ਗੁਰੂ ਨੂੰ ਭੇਟਾ ਕਰਨੀ ਹੈ, ਇਹਨੇ ਉਹ ਮੱਥਾ ਟੇਕ ਦਿੱਤਾ। ਪਰ ਜਾਂਦਾ ਜਾਂਦਾ ਇਹਦੇ ਮਨ ਦੇ ਵਿੱਚ ਕਚਿਆਈ ਸੀ, ਇਸ ਕਰਕੇ ਇਹ ਸੋਚਦਾ ਜਾਂਦਾ ਹੈ ਕਿ ਗੁਰੂ ਨੇ ਮੈਨੂੰ 1 ਮਹੀਨਾ ਕੋਲ ਰੱਖ ਕੇ ਦਿੱਤਾ ਵੀ ਤਾਂ ਕੀ ਦਿੱਤਾ? ਕੜਾਹ ਪ੍ਰਸ਼ਾਦ ਦੇ ਦਿੱਤਾ ਥੋੜਾ ਜਿਹਾ, ਇੱਕ ਆ ਕੜਾ ਦੇ ਦਿੱਤਾ ਤੇ ਇੱਕ ਵਚਨ ਦੇ ਦਿੱਤਾ। ਇਹ ਮੇਰੇ ਕਿਸ ਕੰਮ ਹੈ ਵਸਤੂਆਂ? ਕਿਉਂਕਿ ਗਾਹਕ ਨਹੀਂ ਸੀ ਨਾ ਉਹ ਸੌਦੇ ਦਾ। ਗੁਰੂ ਕੀਆਂ ਬਖਸ਼ਿਸ਼ਾਂ ਦੇ ਬਾਬਤ ਅਣਜਾਣ ਸੀ, ਪਤਾ ਨਹੀਂ ਸੀ ਕਿ ਇਹ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਸਤਿਗੁਰ ਨੇ ਦੇ ਦਿੱਤੀਆਂ। ਸਤਿਗੁਰਾਂ ਨੇ ਜਿਹੜਾ ਵਾਕ ਪ੍ਰੇਮ ਦਾ ਦੇ ਦਿੱਤਾ ਨਾ, ਇਹਦਾ ਮੁੱਲ ਹੀ ਕੋਈ ਨਹੀਂ, ਅਮੋਲਕ ਹੈ। ਜਾਂਦਾ ਜਾਂਦਾ ਚਮਕੌਰ ਸਾਹਿਬ ਨਗਰ ਲੰਘਿਆ, ਉਸ ਤੋਂ ਅੱਗੇ ਮਾਜਰੀ ਨਗਰ ਆਉਂਦਾ ਹੈ, ਰੋਜ਼ੀ ਮਾਜਰਾ, ਤੇ ਉੱਥੇ ਇਹਨੂੰ ਭਾਈ ਧਿਆਨ ਸਿੰਘ ਮਿਲ ਪਿਆ। ਭਾਈ ਧਿਆਨ ਸਿੰਘ ਸ਼ਰਧਾਵਾਨ ਸਿੱਖ ਸੀ। ਉਹਨੇ ਇਹਨੂੰ ਜਦੋਂ ਪੁੱਛਿਆ ਕਿੱਥੋਂ ਆਇਆ, ਇਹਨੇ ਦੱਸਿਆ ਆਨੰਦਪੁਰ ਸਾਹਿਬ ਤੋਂ ਸਤਿਗੁਰ ਦੇ ਦਰਸ਼ਨ ਕਰਕੇ ਆਇਆ। ਤਾਂ ਉਹਨੇ ਬੜੇ ਸਤਿਕਾਰ ਦੇ ਨਾਲ ਇਹਨੂੰ ਘਰ ਲੈ ਕੇ ਗਿਆ, ਇਹਨੂੰ ਬਿਸਤਰਾ ਦਿੱਤਾ, ਰਾਤ ਆਰਾਮ ਕਰਵਾਇਆ ਤੇ ਪੁੱਛਿਆ ਕਿ ਕਿਵੇਂ ਸਤਿਗੁਰਾਂ ਦੇ ਦਰਸ਼ਨ ਕੀਤੇ, ਕਿਹੜੇ ਵਚਨ ਸਤਿਗੁਰ ਨੇ ਤੈਨੂੰ ਕੀਤੇ। ਤੇ ਇਹ ਫੁੱਟ ਪਿਆ, ਜਿਹੜਾ ਇਹਦੇ ਮਨ ਦਾ ਅੰਦਰਲਾ ਖੋਰ ਸੀ ਉਹ ਜਾਗਰਤ ਹੋ ਗਿਆ। ਇਹਨੇ ਆਖਿਆ ਜੀ ਦੇਣਾ ਦੂਣਾ ਕੀ ਹੈ? ਪਹਿਲਾਂ ਮੇਰਾ ਪਿਤਾ ਗੁਰੂ ਦਾ ਸਿੱਖ ਹੋਇਆ ਸੀ, 100 ਰੁਪਈਆ ਉਹ ਗੁਰੂ ਨੂੰ ਭੇਟਾ ਕਰ ਗਿਆ ਤੇ 500 ਮੈਂ ਲੈ ਕੇ ਆਇਆ ਸੀ, ਉਹ ਗੁਰੂ ਨੂੰ ਭੇਟਾ ਕਰ ਗਿਆ। ਗੁਰੂ ਨੇ ਸਾਡੇ ਤੋਂ 600 ਰੁਪਈਆ ਲੈ ਲਿਆ। ਗੁਰੂ ਦੀ ਜਿਹੜੀ ਬਾਹਰੀ ਰਹਿਤ ਮਰਿਆਦਾ ਸੀ, ਕਿਰਿਆ ਕਰਮ ਸੀ, ਉਹ ਮੈਨੂੰ ਕੋਈ ਬਹੁਤੀ ਚੰਗੀ ਨਹੀਂ ਲੱਗੀ। ਉਹ ਸ਼ਿਕਾਰ ਖੇਡਦੇ ਫਿਰਦੇ ਹੈ ਤੇ ਇਸ ਕਰਕੇ ਮੇਰੀ ਸ਼ਰਧਾ ਬਣੀ ਨਹੀਂ ਗੁਰੂ ਘਰ ਦੇ ਉੱਤੇ ਪੂਰੀ। ਮੈਨੂੰ ਤਾਂ ਜੋ ਉਹਨਾਂ ਨੇ ਵਚਨ ਦਿੱਤਾ ਇਹ ਲੱਗਦਾ ਇਹ ਵੀ ਮੇਰੇ ਕਿਸੇ ਕੰਮ ਦਾ ਨਹੀਂ ਹੈ। ਇੱਕ ਆ ਕੜਾ ਦੇ ਦਿੱਤਾ, ਇਹ ਵੀ ਮੈਂ ਕੀ ਕਰਨਾ, 600 ਰੁਪਈਆ ਲੈ ਲਿਆ ਤੇ ਮੈਨੂੰ ਇੱਕ ਆ ਥੋੜਾ ਜਿਹਾ ਕੜਾਹ ਪ੍ਰਸ਼ਾਦ ਦੇ ਦਿੱਤਾ। ਬਸ ਆਹ 3 ਵਸਤੂਆਂ ਦਿੱਤੀਆਂ, ਮੇਰੇ ਕਿਸੇ ਕੰਮ ਨਹੀਂ। ਜਦੋਂ ਨੇ ਇਹ ਗੱਲਾਂ ਕਹੀਆਂ, ਸਵੇਰ ਦਾ ਵੇਲਾ ਹੋਇਆ ਤਾਂ ਭਾਈ ਧਿਆਨ ਸਿੰਘ ਨੇ ਵੀ ਜਾਣਿਆ ਕਿ ਇਹ ਗੁਰੂ ਦੀਆਂ ਬਖਸ਼ਿਸ਼ਾਂ ਤਾਂ ਇਹਨੇ ਲੈ ਲਈਆਂ, ਪਰ ਮਨ ਦੇ ਵਿੱਚ ਇਹਦੇ ਸ਼ਰਧਾ ਭਾਵਨਾ ਕੋਈ ਨਹੀਂ। ਤੇ ਉਹਨੇ ਵਚਨ ਕੀਤੇ ਮਨ ਵਿੱਚ। ਭਾਈ ਧਿਆਨ ਸਿੰਘ ਦੇ ਇਹ ਪ੍ਰੇਮ ਦਾ ਲਾਲਚ ਆ ਗਿਆ। ਕਹਿਣ ਲੱਗਾ ਭਾਈ ਹਰਗੋਪਾਲ, ਜੇ ਤਾਂ ਤੂੰ ਗੁਰੂ ਦੇ ਵਚਨ ਦੇ ਉੱਤੇ ਸ਼ਰਧਾ ਕਰਦਾ ਤਾਂ ਫਿਰ ਇਹ ਵਚਨ ਲੈ ਜਾ ਆਪਣੇ ਨਾਲ ਘਰ। ਜੇ ਤੈਨੂੰ ਸ਼ਰਧਾ ਭਾਵਨਾ ਕੋਈ ਨਹੀਂ ਤੇ ਜੇ ਬੁਰਾ ਨਾ ਮੰਨੇ ਤਾਂ ਜਿਹੜਾ 600 ਰੁਪਈਆ ਤੂੰ ਕਹਿੰਦਾ ਸਾਡਾ ਵਿਅਰਥ ਗਿਆ, ਉਹ ਪੈਸੇ ਤੈਨੂੰ ਮੈਂ ਦੇ ਦਿੰਦਾ ਹਾਂ ਤੇ ਤੂੰ ਇਉਂ ਕਰ, ਇਹ ਗੁਰੂ ਦਾ ਵਚਨ ਮੈਨੂੰ ਦੇ ਦੇ। ਇਹਨੇ ਗੁਰੂ ਦਾ ਵਚਨ ਭਾਈ ਧਿਆਨ ਸਿੰਘ ਨੂੰ ਦੇ ਦਿੱਤਾ, ਨਾਲ ਉਹ ਕੜਾ ਵੀ ਦੇ ਦਿੱਤਾ। 600 ਰੁਪਈਆ ਭਾਈ ਧਿਆਨ ਸਿੰਘ ਨੇ ਜਿਵੇਂ ਕਿਵੇਂ ਕਰਕੇ ਜਿੱਥੋਂ ਕਿੱਥੋਂ ਇਕੱਠਾ ਕਰਕੇ ਆਪਣੀ ਘਰਵਾਲੀ ਦੇ, ਆਪਣੀ ਬੱਚੀ ਦੇ ਗਹਿਣੇ ਵੇਚ ਕੇ, ਵਾਹਿਗੁਰੂ ਗਹਿਣੇ ਧਰ ਕੇ ਉਹਨਾਂ ਦੇ ਅਭੂਖਣ ਇਹਨੂੰ 600 ਰੁਪਈਆ ਲਿਆ ਕੇ ਦਿੱਤਾ। 5 ਰੁਪਈਏ ਨਾਲ ਹੋਰ ਵੱਧ ਦੇ ਦਿੱਤੇ, ਕਹਿੰਦੇ ਲੈ ਭਾਈ ਆਪਣਾ ਵਿਆਜ ਵੀ ਲੈ ਲੈ 600 ਰੁਪਈਏ ਦਾ। ਸੋ ਇਸ ਤਰ੍ਹਾਂ ਇਹ ਬੜੇ ਖੁਸ਼ੀ ਕਿ ਮੈਂ ਬੜਾ ਚੰਗਾ ਵਪਾਰ ਕਰ ਲਿਆ, ਮੈਂ ਤਾਂ ਲੁੱਟ ਲਿਆ। ਗੁਰੂ ਦਾ ਸਿੱਖ ਤਾਂ ਮੂਰਖ ਹੀ ਸੀ, ਐਵੇਂ ਮੈਨੂੰ 600 ਰੁਪਈਆ ਦੇ ਕੇ ਉਹਨੇ ਲਿਆ ਵੀ ਤਾਂ ਕਿ ਗੁਰੂ ਦਾ ਵਚਨ ਲੈ ਲਿਆ। ਤੇ ਇੱਦਾਂ ਦੀਆਂ ਸੋਚਾਂ ਸੋਚਦਾ ਹੋਇਆ ਇਹ ਭਾਈ ਹਰਗੋਪਾਲ ਬਾਣੀਆ ਜਿਹੜਾ ਇਹ ਆਪਣੇ ਘਰ ਦੇ ਮਾਰਗ ਨੂੰ ਵਾਪਸ ਉਜੈਨਪੁਰੀ ਨੂੰ ਜਾ ਰਿਹਾ। ਅੱਗੇ ਜਿਵੇਂ ਪ੍ਰਸੰਗ ਆ ਰਹੇ ਆ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਆਓ ਬੜੇ ਪਿਆਰ ਦੇ ਨਾਲ ਸੰਖੇਪ ਵਿੱਚ ਅਖਰੀ ਅਰਥਾਂ ਦੇ ਵਿੱਚ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਦਾ ਹੈ, ਉਹ ਆਪਣੇ ਪੰਥ ਦੇ ਉੱਤੇ, ਰਸਤੇ ਦੇ ਉੱਤੇ ਘਰ ਨੂੰ ਜਾਣ ਲਈ ਜਾ ਰਿਹਾ ਹੈ। ਗੁਰ ਤੇ ਲਿਓ ਕਰਾ ਕਛ ਮੰਦ ਗਾਂਠ ਮੈਂ ਜਾਏ। ਜਿਹੜਾ ਗੁਰੂ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕੀਤੀ ਸੀ, ਬਖਸ਼ਿਸ਼ ਲਈ ਸੀ, ਉਹਨੂੰ ਗੱਠ ਦੇ ਵਿੱਚ, ਗੰਢ ਦੇ ਵਿੱਚ ਬੰਨ੍ਹ ਕੇ ਨਾਲ ਲੈ ਕੇ ਜਾ ਰਿਹਾ ਹੈ। ਇੱਕ ਦਿਨ ਖੋਲਿਓ ਦੇਖ ਕੈ ਜੋ ਕਰਾਹੋ ਸੋ ਮਾਸ। ਇੱਕ ਦਿਨ ਇਹਨੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹ ਗੰਢ ਨੂੰ ਖੋਲ੍ਹਿਆ, ਕੜਾਹ ਪ੍ਰਸ਼ਾਦ ਜਿਹੜਾ ਸਤਿਗੁਰੂ ਜੀ ਦਾ ਸੀ ਨਾ, ਤੇ ਕਿਉਂਕਿ ਮਨ ਵਿੱਚ ਸ਼ੰਕਾ ਹੀ ਇਹਦੇ ਬਣ ਗਈ ਸੀ, ਐਸੀ ਗੁਰੂ ਦੇ ਵਿੱਚ ਇਹਨੂੰ ਕੋਈ ਗੁਣੀ ਪ੍ਰਤੀਤ ਨਾ ਹੋਵੇ, ਤਾਂ ਇਹਨੇ ਜਦੋਂ ਉਹ ਗੱਠ ਖੋਲ੍ਹੀ ਤਾਂ ਇਹਨੂੰ ਇਉਂ ਲੱਗਿਆ ਕਿ ਗੁਰੂ ਨੇ ਤਾਂ ਮੈਨੂੰ ਆਹ ਗੱਠ ਦੇ ਵਿੱਚ ਮਾਸ ਬੰਨ੍ਹ ਕੇ ਦੇ ਦਿੱਤਾ ਹੈ। ਦੇਖਤ ਹੀ ਲੱਜਾ ਕਰੇ ਧਰੀ ਬੰਦ ਗਠ ਤਾਸ। ਦੇਖਦੇ ਹੀ ਮਨ ਦੇ ਵਿੱਚ ਇਹ ਲੱਜਿਆਵਾਨ ਜਿਹਾ ਹੋ ਗਿਆ ਵੀ ਮੈਂ ਤਾਂ ਵੈਸ਼ਨੋ ਕਹਾਉਣਾ, ਮੈਂ ਹੱਥ ਨਹੀਂ ਲਾਉਂਦਾ, ਤੇ ਆਹ ਕੀ ਹੋ ਗਿਆ, ਮੈਂ ਇੰਨੇ ਦਿਨਾਂ ਦਾ ਇਹ ਗੰਢ ਮਾਸ ਵਾਲੀ ਨਾਲ ਲਈ ਫਿਰਦਾ ਹਾਂ। ਪਿਤਾ ਆਪਣੇ ਪਰ ਖਿਜਿਓ ਭਲੋ ਬਤਾਇਓ ਦੇਵਾ। ਤੇ ਮਨ ਹੀ ਮਨ ਆਪਣੇ ਪਿਤਾ ਦੇ ਉੱਤੇ ਖਿੱਚ ਗਿਆ ਕਿ ਉਹਨੇ ਚੰਗਾ ਗੁਰੂ ਧਾਰਨ ਕੀਤਾ ਹੈ। ਮਾਸ ਖਾਏ ਬਿਨ ਸਹਿ ਧਰਮ ਕਿਆ ਕੀਨਾ ਸਤ ਸੇਵ। ਉਹਨੇ ਕਿਹੋ ਜਿਹਾ ਸਤਿਪੁਰਖ ਸੇਵਿਆ ਜਿਸ ਗੁਰੂ ਘਰ ਦੇ ਵਿੱਚ ਮਾਸ ਦੀ ਵਰਤੋਂ ਹੁੰਦੀ ਹੈ, ਤੇ ਮਾਸ ਖਾਣ ਨਾਲ ਤਾਂ ਧਰਮ ਦਾ ਨਾਸ਼ ਹੋ ਜਾਂਦਾ। ਕੈਸਾ ਸਤਿਪੁਰਖ ਮੇਰੇ ਪਿਤਾ ਨੇ ਗੁਰੂ ਧਾਰਨ ਕੀਤਾ ਹੈ। ਜੋ ਪਏ ਨਿਜ ਪੁਰ ਕੇ ਮੰਗ ਗਮਨਿਓ ਗਇਓ। ਆਪਣੇ ਘਰ ਦੇ ਮਾਰਗ ਨੂੰ, ਭਾਵ ਉਜੈਨ ਨਗਰ ਵੱਲ ਨੂੰ ਤੁਰਿਆ ਜਾ ਰਿਹਾ ਹੈ। ਏਕ ਨਗਰ ਵੱਡ ਆਵਤ ਭਇਓ। ਤੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇੱਕ ਵੱਡਾ ਨਗਰ, ਮਹਾਨਗਰ ਭਾਵ ਦਿੱਲੀ ਆਇਆ। ਕਹਾਂ ਦੇਖ ਕੀ ਨਸਬਿਓ ਹਾਰਾ। ਤਾਂ ਉੱਥੇ ਦੇਖਿਆ ਇਹਨੇ ਕਿ ਮੇਰੇ ਕੋਲ ਰੁਪਈਏ ਹੈਗੇ ਆ 600 ਰੁਪਈਆ, ਕੋਈ ਵਿਹਾਰ ਕਰ ਲਈਏ, ਕੋਈ ਵਣਜ ਕਰ ਲਈਏ। ਮੁਕਤਾ ਪੰਨਾ ਪਰਖ ਉਧਾਰ। ਇਹ ਬਾਜ਼ਾਰ ਦੇ ਵਿੱਚ ਗਿਆ ਤਾਂ ਉੱਥੋਂ ਇਹਨੇ ਮੁਕਤੇ, ਪੰਨੇ, ਲਸਣੀਏ ਇਤਿਆਦਿਕ ਹੀਰੇ ਵਗੈਰਾ ਖਰੀਦ ਲਏ। ਕਰ ਖਰੀਦ ਪੁਨ ਆਗੇ ਚਾਲਾ। ਉਹ ਵਧੀਆ ਹੀਰੇ ਖਰੀਦ ਕੇ ਫਿਰ ਉਸ ਤੋਂ ਅੱਗੇ ਚਾਲਾ ਮਾਰ ਦਿੱਤਾ। ਪੁਨਪੁਰ ਪਾਲੀ ਆਏ ਵਿਸਾਲਾ। ਤੇ ਰਸਤੇ ਦੇ ਵਿੱਚ ਇੱਕ ਹੋਰ ਵੱਡਾ ਸ਼ਹਿਰ, ਵੱਡਾ ਨਗਰ ਆਇਆ, ਪਾਲੀਪੁਰ। ਇਹ ਪਾਲੀਪੁਰ ਨਗਰ ਹੈ ਨਾ ਜਿਹੜਾ ਗੁਰਮੁਖ ਪਿਆਰਿਓ, ਇੱਥੋਂ ਉਜੈਨ ਅੱਗੇ 250 ਕਿਲੋਮੀਟਰ ਹੈ, ਤੇ ਜੋਧਪੁਰ ਤੋਂ ਅੱਗੇ ਪੈਂਦਾ ਹੈ ਇਹ ਨਗਰ ਪਾਲੀਪੁਰ ਆ ਗਿਆ। ਜਿਸ ਮੈਂ ਵੇਚ ਦੀਏ ਸੋ ਰਤਨਾ। ਤੇ ਇਹਨੇ ਕੀ ਕੀਤਾ, ਜਿਹੜੇ 600 ਰੁਪਏ ਦੇ ਰਤਨ ਖਰੀਦੇ ਸਨ, ਪਾਲੀਪੁਰ ਦੇ ਵਿੱਚ ਵੇਚ ਦਿੱਤੇ। ਮਾਇਓ ਲਾਭ ਮਹਾ ਕਰ ਜਤਨਾ। ਇਹਨੇ ਯਤਨ ਕੀਤਾ, ਕੋਸ਼ਿਸ਼ ਕੀਤੀ, ਤੇ ਉੱਥੇ ਇਹਨੇ ਵੇਚ ਦਿੱਤੇ। ਇਹਨੂੰ ਬੜਾ ਲਾਭ ਪ੍ਰਾਪਤ ਹੋਇਆ। ਜਮਾ ਕੀਨ ਧਨ 3000। ਤੇ ਨਫਾ ਖੱਟ ਕੇ ਤੇ ਇਹਨੇ 3000 ਰੁਪਈਆ ਕਮਾ ਲਿਆ। ਨਿਜ ਘਰ ਪਹੁੰਚਿਓ ਕਰ ਵਿਵਹਾਰਾ। ਤੇ ਆਪਣੇ ਘਰ ਪਹੁੰਚ ਗਿਆ ਇਹ ਇਸ ਤਰ੍ਹਾਂ ਦਾ ਵਿਹਾਰ, ਵਣਜ, ਵਪਾਰ, ਬਿਜ਼ਨਸ ਕਰਕੇ। ਪਿਤ ਸਿਉ ਮਿਲਿਓ ਜਾਏ ਸੁਖ ਪਾਇਓ। ਜਾ ਕੇ ਮਿਲਿਆ ਆਪਣੇ ਪਿਤਾ ਵਿਸ਼ੰਬਰ ਦਾਸ ਨੂੰ ਤੇ ਸੁਖ ਪਾਉਣਾ ਕੀਤਾ। ਦਰਸਿਓ ਮੈਂ ਸਤਿਗੁਰੂ ਬਤਾਇਓ। ਕਹਿਣ ਲੱਗਾ ਕਿ ਪਿਤਾ ਜੀ ਮੈਂ ਗੁਰੂ ਦੇ ਦਰਸ਼ਨ ਕਰਕੇ ਵਾਪਸ ਆ ਗਿਆ ਹਾਂ। ਸਰਬ ਦਰਬ ਕਰ ਗਰਭ ਦਿਖਾਇਓ। ਤੇ ਬੜੇ ਹੀ ਮਾਣ ਦੇ ਨਾਲ, ਬੜੇ ਹੀ ਅਭਿਮਾਨ, ਹੰਕਾਰ ਦੇ ਨਾਲ ਉਹ ਪੈਸੇ ਆਪਣੇ ਪਿਤਾ ਨੂੰ ਵਿਖਾਉਂਦਾ 3000। ਕਰਿਓ ਬਣਜ ਮੈਂ ਮਗ ਮੈਂ ਲਿਆਇਓ। ਇਹ ਨਾਲੇ ਦੱਸਦਾ, ਕਹਿੰਦਾ ਮੈਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਇਹ ਵਣਜ ਕੀਤਾ, ਵਪਾਰ ਕੀਤਾ ਹੈ। ਨਿਜ ਸੁਤ ਪਿਖਿਓ ਵਿਸ਼ੰਬਰ ਦਾਸ। ਪਿਤਾ ਵਿਸ਼ੰਬਰ ਦਾਸ ਨੇ ਆਪਣੇ ਪੁੱਤਰ ਹਰਗੋਪਾਲ ਵੱਲ ਤੱਕਿਆ ਹੈ। ਬੁਝਿਓ ਸਭ ਬਿਰਤੰਤ ਤਿਸ ਪਾਸ। ਤੇ ਉਸ ਵੇਲੇ ਉਹਨੂੰ ਸਾਰਾ ਬਿਰਤਾਂਤ, ਸਾਰਾ ਹਾਲ ਪੁੱਛਿਆ। ਕਿਮ ਸਤਿਗੁਰ ਤੇ ਲੇਪ ਧਿਆਨਾ। ਕਹਿਣ ਲੱਗਾ ਕਿ ਕਿਵੇਂ ਤੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਕਿਵੇਂ ਸਤਿਗੁਰੂ ਜੀ ਨੂੰ ਪਤਿਆਇਆ, ਕਿਵੇਂ ਉਹਨਾਂ ਦੀ ਪ੍ਰੀਖਿਆ ਕੀਤੀ, ਕਿਵੇਂ ਪਰਖਿਆ ਜਾ ਕੇ। ਕਹਾਂ ਮੇਲ ਪਾ ਕਹਾਂ ਉਚਾਰਾ। ਕਿਸ ਤਰ੍ਹਾਂ ਤੇਰਾ ਸਤਿਗੁਰੂ ਜੀ ਦੇ ਨਾਲ ਮੇਲ ਮਿਲਾਪ ਹੋਇਆ, ਤੇ ਕਿਸ ਤਰ੍ਹਾਂ ਦੇ ਵਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਚਾਰਨ ਕੀਤੇ। ਹਰ ਗੋਪਾਲ ਤਬ ਖੋਲਿਓ ਪਾਲੇ। ਉਸ ਵੇਲੇ ਹਰਗੋਪਾਲ ਨੇ ਆਪਣਾ ਪੱਲਾ ਖੋਲ੍ਹਿਆ, ਜਿਹਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬੰਨੀ ਹੋਈ ਸੀ। ਦਿਓ ਪਿਤਾ ਕੇ ਹਾਥ ਸੰਭਾਲੇ।
ਆਪਣੇ ਪਿਤਾ ਦੇ ਹੱਥ ਉਹ ਕੜਾਹ ਪ੍ਰਸ਼ਾਦ ਦੇ ਦਿੱਤੀ ਸੰਭਾਲ ਕੇ। ਲੈ ਜੁਤ ਭਾਉ ਬਿਸੰਬਰ ਦਾਸ। ਤੇ ਪਿਤਾ ਕਿਉਂਕਿ ਸ਼ਰਧਾਵਾਨ ਸਿੱਖ ਸੀ, ਉਹਨੇ ਦੋਵੇਂ ਹੱਥਾਂ ਦੇ ਨਾਲ ਉਹ ਕੜਾਹ ਪ੍ਰਸ਼ਾਦ ਦੀ ਦੇਖ ਲਈ ਭਾਵਨਾ ਦੇ ਨਾਲ। ਹਰ ਸਿਰ ਦ੍ਰਿਗ ਪਰ ਹਰਖ ਮਹਾਸੋ। ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਜਾਣ ਕੇ ਉਹਨੇ ਪਹਿਲਾਂ ਇਹਨੂੰ ਸੀਸ ਦੇ ਉੱਤੇ ਰੱਖਿਆ ਤੇ ਫਿਰ ਨੇਤਰਾਂ ਦੇ ਨਾਲ ਸ਼ਰਧਾ ਸਹਿਤ ਲਾਇਆ। ਵਸ਼ ਕਰਾ ਨਿਹਾਰਨ ਕੀਨਾ। ਤੇ ਬੜੀ ਖੁਸ਼ੀ ਦੇ ਸਹਿਤ ਇਹਨੇ ਵੇਖਿਆ ਕਿ ਬੜਾ ਤਾਜ਼ਾ ਕੜਾਹ ਪ੍ਰਸ਼ਾਦ, ਤਿਹਾਵਲ 3 ਵੇਲ ਦਾ ਕੜਾਹ ਪ੍ਰਸ਼ਾਦ ਹੈ। ਸਭ ਕੁਟੰਬ ਕੋ ਬੰਟ ਸੋ ਦੀਨਾ। ਉਸ ਵੇਲੇ ਸਾਰੇ ਕੁਟੰਬ ਨੂੰ, ਸਾਰੇ ਪਰਿਵਾਰ ਨੂੰ ਇਹ ਕੜਾਹ ਪ੍ਰਸ਼ਾਦ ਵਰਤਾਇਆ। ਜਬ ਬੰਟਿਓ ਅਰ ਖਾਇਓ ਸਦਾ। ਜਦੋਂ ਇਹਨਾਂ ਨੇ ਵੰਡ ਦਿੱਤਾ ਤੇ ਸਾਰਿਆਂ ਨੇ ਪ੍ਰੇਮ ਨਾਲ ਛਕ ਲਿਆ। ਹਰ ਗੋਪਾਲ ਵਿਸਮਾਇਓ ਤਬੈ। ਤੇ ਉਸ ਵੇਲੇ ਹਰ ਗੋਪਾਲ ਬੜਾ ਵਿਸਵਾਸ ਦੇ ਵਿੱਚ ਗਿਆ, ਬੜਾ ਹੈਰਾਨ ਜਿਹਾ ਹੋ ਗਿਆ। ਕਹਿਓ ਚੰਬਾ ਪਿਤ ਕੇ ਸੰਗਾ। ਤੇ ਆਪਣੇ ਪਿਤਾ ਨੂੰ ਇਹ ਅਚੰਭੇ ਦੀ, ਅਚਰਜਤਾ ਦੀ ਗੱਲ ਦੱਸਦਾ ਹੈ। ਜਿਮ ਗੁਰ ਕੋ ਅਰ ਪੰਥ ਪਰ ਸੰਗਾ। ਜਿਵੇਂ ਗੁਰੂ ਦੇ ਕੋਲ ਸਾਰੀ ਗੱਲਬਾਤ ਹੋਈ ਔਰ ਰਸਤੇ ਦਾ ਜਿਹੜਾ ਸਾਰਾ ਪ੍ਰਸੰਗ ਸੀ ਕਿ ਮੈਨੂੰ ਇਉਂ ਲੱਗਿਆ ਕਿ ਸਤਿਗੁਰੂ ਦੇ ਥਾਲੇ ਦੇ ਵਿੱਚ ਮਾਸ ਹੋਵੇਗਾ। ਉਹ ਮਾਸ ਜੀਵਾਂ ਦਾ ਖਵਾ ਰਹੇ ਸਨ, ਦੂਸਰੇ ਜੀਵਾਂ ਨੂੰ, ਬਾਜਾਂ ਨੂੰ। ਇਸ ਤਰ੍ਹਾਂ ਮੇਰੇ ਮਨ ਵਿੱਚ ਕਚਿਆਈ ਆਈ, ਸ਼ਰਧਾ ਨਹੀਂ ਬਣੀ। ਰਸਤੇ ਵਿੱਚ ਜਦੋਂ ਮੈਂ ਇਹ ਦੇਖਿਆ ਸੀ ਖੋਲ ਕੇ ਤਾਂ ਮੈਨੂੰ ਕੁਝ ਹੋਰ ਹੀ ਦਿਖਾਈ ਦਿੱਤਾ ਸੀ। ਮਗ ਮੈਂ ਪਿਖਿਓ ਮਾਸ ਟਿਕ ਜੋਏ। ਕਹਿੰਦਾ ਮੈਂ ਤਾਂ ਦੇਖਿਆ ਸੀਗਾ ਕਿ ਰਸਤੇ ਦੇ ਵਿੱਚ ਇਹ ਜਿਹੜਾ ਮੇਰੇ ਪੱਲੇ ਬੰਨਿਆ ਹੋਇਆ ਇਹ ਤਾਂ ਮਾਸ ਹੈ। ਅਬੇ ਕਰਾਓ ਪਿਖਿਓ ਮੈਂ ਸੋਏ। ਜਦੋਂ ਮੈਂ ਹੁਣ ਦੇਖਿਆ ਆ ਕੇ ਤੁਸੀਂ ਵੰਡਿਆ, ਸਾਰਿਆਂ ਨੇ ਛਕਿਆ, ਤੇ ਹੁਣ ਇਹ ਮੈਂ ਦੇਖਦਾ ਕਿ ਇਹ ਕੜਾਹ ਪ੍ਰਸ਼ਾਦ ਹੈ। ਵੇਚਿਓ ਗੁਰ ਕੋ ਬਾਕ ਸੁਣਾਇਓ। ਤੇ ਨਾਲ ਹੀ ਉਹ ਵਾਰਤਾ ਵੀ ਦੱਸ ਦਿੱਤੀ ਕਿ ਸਤਿਗੁਰੂ ਨੇ ਜਿਹੜਾ ਭਾਵ ਦਾ ਵਚਨ ਕੀਤਾ ਸੀ ਨਾ, ਪ੍ਰੇਮ ਦਾ ਵਚਨ, ਕਿ ਸਿੱਖਾ ਤੇਰਾ ਗੁਰੂ ਘਰ ਨਾਲ ਪ੍ਰੇਮ ਬਣਿਆ ਰਹੇ, ਉਹ ਵਚਨ ਵੀ ਮੈਂ ਭਾਈ ਧਿਆਨ ਸਿੰਘ ਨੂੰ ਵੇਚ ਆਇਆ। ਸਾਰੀ ਵਾਰਤਾ ਦੱਸ ਦਿੱਤੀ। ਅਦਕ ਬਟੋਰ ਦਰੋਗ ਲੋ ਲਿਆਇਓ। ਤੇ ਮੈਂ ਆ ਦੇਖੋ ਕਿੰਨਾ ਧਨ ਵੱਟ ਕੇ ਲੈ ਕੇ ਆਇਆ ਹਾਂ। ਦੋਹਰਾ ਪਿਤਾ ਧੁਨਿਓ ਸਿਰ ਜੋ ਕਹਿਤੋ ਸੁਤ ਗੁਰ ਪੂਰਨ ਸਾਚ। ਉਸ ਵੇਲੇ ਪਿਤਾ ਨੇ ਸਿਰ ਧੁਣਿਆ, ਸਿਰ ਫੇਰਿਆ ਪਛਤਾਵੇ ਦੇ ਵਿੱਚ, ਉਹਦੀ ਨਲਾਇਕੀ ਦੇ ਉੱਤੇ, ਉਹਦੀ ਗਲਤੀ ਦੇ ਉੱਤੇ, ਤੇ ਕਹਿਣ ਲੱਗਾ, ਹੇ ਪੁੱਤਰਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਸੱਚੇ ਔਰ ਪੂਰਨ ਸਤਿਗੁਰੂ ਹਨ। ਸੋ ਗੋ ਪੀਜਾ ਲਾਭ ਹਿਤ ਤੂੰ ਲੈ ਆਇਓ ਕਾਚ। ਪੁੱਤਰਾ ਤੈਨੂੰ ਤਾਂ ਮੈਂ ਲਾਭ ਖੱਟਣ ਵਾਸਤੇ, ਲਾਹਾ ਪ੍ਰਾਪਤ ਕਰਨ ਵਾਸਤੇ ਗੁਰੂ ਘਰ ਭੇਜਿਆ ਸੀ, ਪਰ ਤੂੰ ਕੱਚ ਚੁੱਕ ਕੇ ਲੈ ਆਇਆ ਆ ਮਾਇਆ। ਭਲੀ ਨ ਕੀਨੀ ਪਿਤ ਕਹਿਓ ਦੇਖਿਓ ਪਰਚਾ ਨੈਣਾ। ਪਿਤਾ ਵਿਸ਼ੰਬਰ ਦਾਸ ਕਹਿੰਦਾ, ਪੁੱਤਰਾ ਤੂੰ ਇਹ ਚੰਗੀ ਗੱਲ ਨਹੀਂ ਕੀਤੀ। ਦੇਖਿਓ ਪਰਚਾ ਨੈਣ, ਨਾਲੇ ਤੂੰ ਨੇਤਰਾਂ ਦੇ ਨਾਲ ਵੇਖ ਵੀ ਲਿਆ ਕਿ ਕਿਵੇਂ ਸਤਿਗੁਰੂ ਜੀ ਉਹ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਜਿਹੜੇ ਨੇ ਚੋਰ ਨੇ ਸਹੁੰ ਖਾਧੀ ਸੀ, ਉਹਦਾ ਕਿਵੇਂ ਉਹਨਾਂ ਨੇ ਪਾਰ ਉਤਾਰਾ ਕਰ ਦਿੱਤਾ। ਤੈਨੂੰ ਸਾਹਮਣੇ ਉਹਨਾਂ ਨੇ ਦੱਸ ਵੀ ਦਿੱਤਾ, ਪਰ ਫਿਰ ਵੀ ਤੇਰਾ ਮਨ ਪਰਚਿਆ ਨਹੀਂ ਤੇ ਅੱਖੀਂ ਦੇਖ ਕੇ। ਥਿਆ ਮਲਨ ਪ੍ਰਤੀਤ ਨੈ ਕਿਆ ਕਰ ਹੈ ਗੁਰ ਬੈਨ। ਕਹਿੰਦੇ ਤੇਰਾ ਹਿਰਦਾ ਹੀ ਇੰਨਾ ਮਲੀਨ ਹੈ, ਇੰਨਾ ਇਹ ਅਸ਼ਰਦਕ ਹੈ, ਇੰਨਾ ਇਹ ਭਰਿਆ ਹੋਇਆ ਫੋਟ ਦਾ ਕਿ ਗੁਰੂ ਦੇ ਉੱਤੇ ਤੈਨੂੰ ਪ੍ਰਤੀਤ ਹੀ ਕੋਈ ਨਹੀਂ ਆਈ। ਜੋ ਪਏ ਸੋਨ ਕੋ ਕਰਮ ਤੇ ਮਾਗ ਦੁਖਾਰੇ। ਕਹਿਣ ਲੱਗਾ ਕਿ ਤੈਨੂੰ ਗੁਰੂ ਦੇ ਬਚਨਾਂ ਦੇ ਉੱਤੇ ਪ੍ਰਤੀਤ ਨਹੀਂ ਆਈ ਤੇ ਗੁਰੂ ਦੇ ਬਚਨ ਵੀ ਕੀ ਕਰਨਗੇ, ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਵੀ ਫੈਸਲਾ ਨਾ ਭਾਈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾਉ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਸ ਵਜਾਈਐ ਫੂਕ। ਤੇ ਇਹ ਪਿਤਾ ਕਹਿਣ ਲੱਗਾ ਕਿ ਇਹ ਤੂੰ ਬਹੁਤ ਮਾੜਾ ਕੰਮ ਕੀਤਾ, ਹਿਰਦਾ ਤੇਰਾ ਮਲੀਨ ਹੈ ਗੁਰੂ ਦੇ ਬਚਨ ਦੇ ਉੱਤੇ, ਤੈਨੂੰ ਭਰੋਸਾ ਹੀ ਨਹੀਂ ਸੀ ਤੇ ਗੁਰੂ ਦਾ ਬਚਨ ਵੀ ਕੀ ਕਰੇ। ਤਾਂ ਉਹਦਾ ਇਹ ਕੁਕਰਮ, ਭੈੜਾ ਕਰਮ ਦੇਖ ਕੇ ਉਸ ਦੀ ਮਾਤਾ ਬੜੀ ਦੁਖੀ ਹੋਈ। ਕਿਉਂ ਪਾਕੁਰ ਬਚ ਵਿਵਹਾਰੇ। ਕਹਿਣ ਲੱਗੀ, ਹੇ ਪੁੱਤਰਾ ਤੂੰ ਐਸਾ ਕਿਉਂ ਕੀਤਾ, ਗੁਰੂ ਦੇ ਬਚਨ ਦਾ ਹੀ ਵਪਾਰੀ ਬਣ ਗਿਆ, ਗੁਰੂ ਦਾ ਬਚਨ ਹੀ ਵੇਚ ਆਇਆ ਤੂੰ। ਕਿਉਂ ਨਾ ਪ੍ਰਤੀਤ ਭਈ ਔਰ ਤੇਰੇ ਮਨ ਵਿੱਚ ਪ੍ਰਤੀਤੀ ਕਿਉਂ ਨਾ ਆਈ, ਗੁਰੂ ਦੇ ਉੱਤੇ ਸ਼ਰਧਾ ਕਿਉਂ ਨਹੀਂ ਆਈ। ਪੂਰਨ ਪੁਰਖ ਪਿਤਾ ਤਵ ਹੇਰੇ। ਤੇਰੇ ਪਿਤਾ ਨੇ ਤਾਂ ਉਹਨਾਂ ਨੂੰ ਦੇਖਿਆ ਪਰਖਿਆ ਕਿ ਉਹ ਤੇ ਪੂਰਨ ਪੁਰਖ ਹਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਹਰ
ਗੋਪਾਲ ਸੁਨ ਮਾਤ ਪਿਤਾ ਦੇ ਹਰ ਗੋਪਾਲ ਨੇ ਜਦੋਂ ਆਪਣੇ ਮਾਤਾ ਔਰ ਪਿਤਾ ਤੋਂ ਇਹ ਵਚਨ ਸੁਣੇ, ਭਏ ਸੁਭਿਤ ਚਿਤ ਬਹੁ ਰਿਸ ਰਾਤੇ ਮਨ ਵਿੱਚ ਬੜਾ ਦੁਖੀ ਵੀ ਹੋਇਆ ਤੇ ਗੁੱਸਾ ਵੀ ਇਹਨੇ ਮਨ ਵਿੱਚ ਕੀਤਾ। ਕਹਿਤ ਭਇਓ ਮੈਂ ਖੁਸ਼ੀ ਨਾ ਹੋਇਓ ਕਹਿੰਦਾ ਮੈਂ ਕੀ ਕਰਦਾ ਜਦੋਂ ਮੈਨੂੰ ਉੱਥੇ ਕੋਈ ਖੁਸ਼ੀ ਨਹੀਂ ਮਿਲੀ। ਕਿਰਿਆ ਵਿਖੈ ਗੁਰ ਆਸ਼ ਨਾ ਜੋਇਓ ਮੈਂ ਜਿਹੜੀ ਗੁਰੂ ਦੀ ਕਿਰਿਆ ਦੇਖੀ, ਗੁਰੂ ਦਾ ਵਰਤੋਂ ਵਿਹਾਰ ਦੇਖਿਆ, ਉਹਦੇ ਵਿੱਚ ਮੈਨੂੰ ਗੁਰੂ ਆਸ਼ ਨਾ ਜੋਇਓ, ਮੈਨੂੰ ਗੁਰੂ ਚੰਗਾ ਨਹੀਂ ਲੱਗਿਆ। ਬਾਗ ਭਾਉ ਕੋ ਵੇਚਿਓ ਜਾਂਦੇ ਇਸ ਕਰਕੇ ਜਿਹੜਾ ਉਹਨਾਂ ਨੇ ਭਾਵਨਾ ਦਾ ਵਚਨ ਕੀਤਾ ਸੀ ਨਾ, ਪ੍ਰੇਮ ਦਾ ਵਚਨ, ਉਹ ਮੈਂ ਵੇਚ ਦਿੱਤਾ। ਘਟ ਮੈਂ ਦਰਬ ਲਿਓ ਸਿੱਖ ਤਾਂ ਦੇ ਇਸ ਕਰਕੇ 600 ਰੁਪਈਆ ਮੈਂ ਉਹਨਾਂ ਦੇ ਸਿੱਖ ਤੋਂ ਲੈ ਆਇਆ। ਆਵਤ ਰਤਨ ਵਿਹਾਜੇ ਖਰੇ ਆਉਂਦਿਆਂ ਮੈਂ ਦਿੱਲੀ ਚੋਂ ਬੜੇ ਖਰੇ ਰਤਨ ਖਰੀਦ ਲਏ। ਬੋਨਿਕ ਪੁਰ ਮੈਂ ਵੇਚਨ ਕਰੇ ਤੇ ਆਉਂਦੇ ਹੋਏ ਨੇ ਇੱਕ ਨਗਰ ਪਾਲੀਪੁਰ ਦੇ ਵਿੱਚ ਉਹਨਾਂ ਨੂੰ ਮੈਂ ਵੇਚਿਆ। 3000 ਨਫੇ ਜੁਤ ਤੇ ਪਾਏ ਪਤਾ ਮੈਂ ਕਿੰਨੇ ਪੈਸੇ ਕਮਾਏ? ਕਹਿੰਦਾ 3000 ਰੁਪਈਆ ਨਫੇ ਸਹਿਤ ਕਮਾ ਲਿਆ। ਹਿਮ ਧਨ ਤੇ ਧਨ ਲਿਓ ਵਧਾਏ ਇਸ ਤਰ੍ਹਾਂ ਕਹਿੰਦਾ ਮੈਂ ਉਹ 600 ਰੁਪਈਏ ਤੋਂ ਦੇਖੋ ਕਿੰਨਾ ਧਨ ਵਧਾ ਕੇ ਲੈ ਆਇਆ ਹਾਂ। ਰਹਿ ਸਹੰਸਰ ਤੇ ਸਭ ਕਿਛ ਸਰੇ ਹੁਣ ਆਪਣੇ ਮਾਤਾ ਪਿਤਾ ਨੂੰ ਸਮਝਾਉਂਦਾ ਹੈ ਹਰਗੋਪਾਲ, ਕਹਿੰਦਾ 3000 ਰੁਪਏ ਨਾਲ ਤਾਂ ਸਾਰੇ ਕਾਰਜ ਸੌਰ ਜਾਣਗੇ। ਕਾਰਜ ਕੌਣ ਬਾਕ ਸੋ ਤੇ ਕਰੇ ਜਿਹੜਾ ਗੁਰੂ ਦਾ ਵਾਕ ਸੀ, ਗੁਰੂ ਦਾ ਵਚਨ ਸੀ, ਉਹਦੇ ਨਾਲ ਸਾਡਾ ਕਿਹੜਾ ਕੰਮ ਸਵਰਨਾ ਸੀ। ਧਨ ਬਿਨ ਨਾਜਮ ਸਰ ਜਲਹੀਨ ਧਨ ਤੋਂ ਬਿਨਾਂ ਤਾਂ ਕਹਿੰਦਾ ਮਨੁੱਖ ਐਉਂ ਹੈ ਜਿਵੇਂ ਸਰੋਵਰ ਪਾਣੀ ਤੋਂ ਬਿਨਾਂ ਖਾਲੀ ਹੁੰਦਾ, ਜਲ ਤੋਂ ਬਿਨਾਂ। ਪਰ ਬਿਨ ਪੰਛੀ ਹਵੈ ਦੁਖੀਨ ਤੇ ਜਾਂ ਇਉਂ ਜਾਣ ਲਓ ਕਿ ਜਿਵੇਂ ਪੰਛੀ ਹੈ, ਉਹਦੇ ਖੰਭ ਟੁੱਟ ਜਾਣ, ਖੰਭਾਂ ਤੋਂ ਬਿਨਾਂ ਪੰਛੀ ਹੁੰਦਾ ਨਾ ਜਿਵੇਂ, ਉਹ ਦੁਖੀ ਵੀ ਹੁੰਦਾ ਤੇ ਖੀਨ ਬਲਹੀਣ ਵੀ ਹੋ ਜਾਂਦਾ ਹੈ। ਧਨ ਸਮੇਤ ਨਰ ਵਿਸ਼ਨ ਸਮਾਨਾ ਤੇ ਕਹਿੰਦਾ ਜਿਹਦੇ ਕੋਲੇ ਧਨ ਹੁੰਦਾ ਉਹ ਤਾਂ ਵਿਸ਼ਨੂੰ ਭਗਵਾਨ ਵਾਂਗੂ ਹੋ ਜਾਂਦਾ ਹੈ। ਜਹੈ ਸੋ ਕਰੈ ਪ੍ਰਤੱਖ ਪਰਮਾਨਾ ਜਿਵੇਂ ਭਗਵਾਨ ਜੋ ਚਾਹੇ ਕਰ ਸਕਦਾ ਨਾ, ਤੇ ਜਿਹਦੇ ਕੋਲੇ ਮਾਇਆ, ਕਹਿੰਦਾ ਇਹਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਪੈਸੇ ਨਾਲ ਜੋ ਮਰਜ਼ੀ ਕਰ ਲਵੇ। ਸੁਨ ਕੈ ਭੰਤ ਵਿਸੰਬਰ ਦਾਸ ਉਸ ਵੇਲੇ ਸੁਣ ਕਰਕੇ ਹਰਗੋਪਾਲ ਤੋਂ ਇਹ ਗੱਲ ਵਿਸ਼ੰਬਰ ਦਾਸ ਕਹਿਣ ਲੱਗਾ, ਏ ਸੁਤ ਕੂਰੋ ਧਨ ਹਵੈ ਨਾਸ਼ ਕਹਿੰਦਾ ਓਏ ਪੁੱਤਰਾ, ਇਹ ਜਿਹੜਾ ਧਨ ਹੈ ਇਹ ਕੂੜਾ ਹੈ, ਝੂਠਾ ਹੈ, ਤਾਂ ਨਾਸ਼ ਹੋਣ ਵਾਲਾ ਹੈ। ਕਹਾਂ ਦਰਬ ਕੋ ਔਰ ਹੰਕਾਰ ਕਾਹਦੇ ਵਾਸਤੇ ਮਨ ਦੇ ਵਿੱਚ ਇਹ ਪੈਸੇ ਦਾ, ਮਾਇਆ ਦਾ ਹੰਕਾਰ ਕਰੀ ਜਾਂਦਾ ਹੈ। ਜਿਸ ਕੋ ਬਿਨਸਤ ਲਗੈ ਨਾ ਬਾਹਰ ਜਿਹਨੂੰ ਵਿੰਸਦਿਆਂ, ਜਿਹਨੂੰ ਖਤਮ ਹੁੰਦਿਆਂ ਇੱਕ ਵਾਰ ਇੱਕ ਪਲ ਵੀ ਨਹੀਂ ਲੱਗਦਾ, ਦੇਰੀ ਨਹੀਂ ਲੱਗਦੀ। ਸਾਚਾ ਸਤਿਗੁਰ ਪੂਰਨ ਮੇਰਾ ਮੇਰਾ ਸਤਿਗੁਰੂ ਤਾਂ ਸੱਚਾ ਹੈ ਤੇ ਸੰਪੂਰਨ ਹੈ, ਸਰਬ ਕਲਾ ਸਮਰੱਥ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕਿਉ ਗੁਣ ਗਾਓ, ਮੇਰਾ ਗੁਰੂ ਪੂਰਨ ਹੈ। ਮੈਂ ਦੁਰਾਸ ਤਰ ਔਰ ਮੈਂ ਹੀਰਾ ਤੇ ਤੇਰੇ ਮਨ ਵਿੱਚ ਦੁਰ ਆਸ ਸੀ, ਖੋਟੀ ਆਸ ਸੀ, ਤੇ ਤੂੰ ਇਹ ਉਸੇ ਭਾਵਨਾ ਦੇ ਨਾਲ, ਖੋਟੀ ਮਤ ਦੇ ਨਾਲ ਗੁਰੂ ਨੂੰ ਵੇਖਿਆ। ਬੁੱਧ ਉਤਾਵਲੀ ਹੈ ਬਹੁ ਤੇਰੀ ਤੇਰੀ ਬੁੱਧੀ ਆ ਨਾ ਜਿਹੜੀ, ਇਹ ਬੜੀ ਉਤਾਵਲੀ ਹੈ, ਬੜਾ ਕਾਲਾਪਣ ਹੈ, ਇਹਦੇ 'ਚ ਬੜੀ ਜਲਦਬਾਜ਼ੀ ਹੈ। ਮਤ ਨਿੰਦਾ ਕਰ ਸ਼੍ਰੀ ਪ੍ਰਭ ਤੇ ਕੇਰੇ ਮਤਾਂ ਤੂੰ ਇਹ ਆਪਣੀ ਖੋਟੀ ਬੁੱਧੀ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਨਿੰਦਾ ਕਰ, ਸਤਿਗੁਰੂ ਦੀ ਨਿੰਦਾ ਨਾ ਕਰ, ਉਹਦੇ ਸ਼੍ਰੋਮਣੀ ਸਤਿਗੁਰੂ ਹਨ। ਜੇਕਰ ਤੂੰ ਮੇਰੇ ਸੰਗ ਚਲੈ ਹਾਂ, ਜੇਕਰ ਤੂੰ ਮੇਰੇ ਨਾਲ ਚੱਲੇ ਸਤਿਗੁਰ ਦੇ ਦਰਬਾਰ, ਸਰਲ ਰਿਦਾ ਕਰ ਗੁਰ ਸੰਗ ਮਿਲੈ ਤੇ ਆਪਣੇ ਹਿਰਦੇ ਨੂੰ ਸਰਲ ਕਰਕੇ, ਮਨ ਨੂੰ ਸਿੱਧਾ ਕਰਕੇ, ਹਰ ਤਰ੍ਹਾਂ ਦੀ ਟੇਢ ਵਿੰਗ ਛੱਡ ਕੇ ਗੁਰੂ ਦੇ ਦਰਸ਼ਨ ਕਰੇ। ਤਉ ਵਿਸਰਾਮ ਪਾਏ ਤਨ ਤੇਰਾ ਤਾਂ ਤੇਰਾ ਜਿਹੜਾ ਤਨ ਹੈ ਨਾ, ਸਰੀਰ, ਇਹ ਸ਼ਾਂਤੀ ਪ੍ਰਾਪਤ ਕਰੇਗਾ। 4 ਦਿਵਸ ਜੀਵਨ ਜਗ ਕੇਰਾ ਉਹਦਾ ਪੁੱਤਰਾ 4 ਦਿਨਾਂ ਦੀ ਜ਼ਿੰਦਗੀ ਹੈ ਸੰਸਾਰ ਦੇ ਉੱਤੇ। ਧਨ ਕੋ ਦੇਖ ਕਹਾਂ ਤੋਂ ਭੂਲਾ ਉਹ ਪੁੱਤਰਾ ਹਰਗੋਪਾਲ, ਤੂੰ ਧਨ ਨੂੰ ਦੇਖ ਕੇ, ਮਾਇਆ ਨੂੰ ਦੇਖ ਕੇ ਕਿੱਧਰ ਭੁੱਲ ਗਿਆ? ਹੋਇਓ ਸਕਲ ਵਿਆਜ ਸਨ ਮੂਲਾ ਤੂੰ ਕਹਿੰਦਾ ਮੈਂ ਨਫਾ ਖੱਟ ਕੇ ਆ ਗਿਆ, ਮੈਂ ਵਾਧੂ ਵਧਾ ਕੇ ਪੈਸੇ ਲੈ ਆਇਆ, ਤੂੰ ਤਾਂ ਵਿਆਜ ਮੂਲ ਸਾਰਾ ਕੁਝ ਹੀ ਖੋ ਆਇਆ। ਵਿਤਿਆ ਦਿਖ ਕਹਿ ਸਮਝਾਇਓ ਇਦਾਂ ਦੀਆਂ ਗੱਲਾਂ ਕਰ ਕਰਕੇ ਵਿਸ਼ੰਬਰ ਦਾਸ ਆਪਣੇ ਪੁੱਤਰ ਹਰਗੋਪਾਲ ਨੂੰ ਸਮਝਾਉਂਦਾ ਹੈ। ਹਰਗੋਪਾਲ ਕਿਉਂ ਹੋਣਾ ਮਨ ਲਿਆਇਓ ਪਰ ਹਰਗੋਪਾਲ ਇੰਨਾ ਢੀਠ ਹੈ, ਇੰਨਾ ਅਸ਼ਰਤਕ ਹੈ,
ਉਹ ਆਪਣੇ ਪਿਤਾ ਦੀ ਕਿਸੇ ਗੱਲ ਨੂੰ ਮਨ ਤੇ ਨਹੀਂ ਲਾਉਂਦਾ, ਗੁਰ ਸ਼ਰਧਾ ਹਰ ਭਾਉ ਬਹੀਨਾ। ਕਿਉਂਕਿ ਗੁਰੂ ਦੇ ਉੱਤੇ ਸ਼ਰਧਾ ਕੋਈ ਨਹੀਂ, ਪਰਮੇਸ਼ਰ ਦੇ ਉੱਤੇ ਭਾਵਨਾ ਕੋਈ ਨਹੀਂ, ਬਹੀਨ ਹੈ, ਭਾਵਨਾ ਤੋਂ ਰਹਿਤ ਹੈ। ਉਪਦੇਸ਼ ਨਾ ਠਹਿਰਾਵਨ ਕੀਨਾ। ਇਸੇ ਕਰਕੇ ਕੋਈ ਵੀ ਉਪਦੇਸ਼ ਇਹਦੇ ਹਿਰਦੇ ਵਿੱਚ ਟਿਕਦਾ ਨਹੀਂ। ਜਦੋਂ ਭਾਈ ਮਨ ਹੀ ਖੁੱਟ ਹੈ, ਮਨ ਹਰਾਮੀ, ਹੁਜਤਾਂ ਢੇਰ, ਤੇ ਉੱਥੇ ਫਿਰ ਕਿਸੇ ਤਰ੍ਹਾਂ ਦਾ ਉਪਦੇਸ਼ ਕੰਮ ਨਹੀਂ ਕਰਦਾ ਹੁੰਦਾ। ਇਹ ਤਾਂ ਪਹਿਲਾਂ ਮਨ ਨੂੰ ਸਾਫ਼ ਕਰਨਾ ਪੈਂਦਾ ਹੈ। ਜੇ ਮਨ ਸਾਫ਼ ਹੈ ਤਾਂ ਰੱਬ ਦਾ ਨਾਮ ਟਿਕਦਾ ਹੈ। ਭਗਤ ਬਾਬਾ ਰਵਿਦਾਸ ਸਾਹਿਬ ਮਹਾਰਾਜ ਜੀ ਦਾ ਪੁਰਬ ਪ੍ਰਕਾਸ਼ ਪੁਰਬ ਪਿਛਲੇ ਦਿਨੀ ਸੰਗਤਾਂ ਨੇ ਮਨਾਇਆ। ਮੈਨੂੰ ਇੱਕ ਨਾਲ ਹੀ ਪ੍ਰਮਾਣ ਚੇਤੇ ਆ ਗਿਆ। ਬਾਬਾ ਰਵਿਦਾਸ ਜੀ ਮਹਾਰਾਜ ਦੇ ਕੋਲ ਨਾ ਇੱਕ ਮਾਤਾ ਗਈ, ਕਹਿੰਦੀ ਜੀ ਮੈਨੂੰ ਨਾਮ ਦੀ ਦਾਤ ਬਖਸ਼ ਦਿਓ, ਮੇਰੇ ਹਿਰਦੇ ਵਿੱਚ ਨਾਮ ਟਿਕਾ ਦਿਓ। ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਕੱਲ ਨੂੰ ਆਈ ਤੇ ਦੁੱਧ ਲੈ ਕੇ ਆਈ ਗੜਵੇ ਵਿੱਚ ਪਾ ਕੇ, ਫਿਰ ਤੈਨੂੰ ਨਾਮ ਦੀ ਦਾਤ ਦੇਵਾਂਗੇ। ਦੂਜੇ ਦਿਨ ਉਹ ਮਾਤਾ ਆਈ, ਕਹਿੰਦੀ ਲਿਆਓ ਬਾਬਾ ਜੀ ਬਰਤਨ ਦਿਓ, ਕਿਹੜੇ ਬਰਤਨ ਦੇ ਵਿੱਚ ਇਹ ਦੁੱਧ ਪਾ ਦੇਵਾਂ? ਬਾਬਾ ਜੀ ਕਹਿੰਦੇ ਜਿਹੜੀ ਕੋਠਾਲੀ ਪਈ ਆ ਨਾ ਜੋੜੇ ਕੱਢਣ ਵਾਲੀ, ਜਿਹਦੇ ਵਿੱਚ ਚਮੜਾ ਭਿਉਂ ਕੇ ਰੱਖਿਆ ਹੋਇਆ ਸੀ, ਕਹਿੰਦੇ ਉਹਦੇ ਵਿੱਚ ਪਾ ਦੇ। ਕਹਿੰਦੀ ਬਾਬਾ ਜੀ ਇਹਦੇ ਵਿੱਚ ਤਾਂ ਚਮੜਾ ਹੈ, ਇਹ ਤਾਂ ਗੰਦਾ ਹੈ, ਇਹਦੇ ਵਿੱਚ ਕਿਵੇਂ ਪਾ ਦੇਵਾਂ? ਕਹਿੰਦੇ ਚਮੜਾ ਬਾਹਰ ਕੱਢ ਕੇ ਰੱਖ ਦੇ। ਕਹਿੰਦੀ ਬਾਬਾ ਜੀ ਇਹ ਤਾਂ ਫਿਰ ਵੀ ਇਸੇ ਤਰ੍ਹਾਂ ਗੰਦਾ ਹੀ ਰਹਿਣਾ ਹੈ। ਤੇ ਭਗਤ ਰਵਿਦਾਸ ਜੀ ਮਹਾਰਾਜ ਉਸ ਵੇਲੇ ਕਹਿੰਦੇ ਮਾਤਾ, ਕਹਿੰਦੇ ਤੂੰ 2 ਆਨਿਆਂ ਦਾ ਦੁੱਧ ਗੰਦੇ ਭਾਂਡੇ ਵਿੱਚ ਪਾਉਣ ਨੂੰ ਤਿਆਰ ਨਹੀਂ, ਤੇਰੇ ਖੋਟੇ ਮਨ ਵਿੱਚ ਨਾਮ ਦੱਸ ਕਿਵੇਂ ਟਿਕਾ ਦੀਏ। ਬੋਲੋ ਸਤਿਨਾਮ। ਨਾਮ ਕਿਵੇਂ ਟਿਕੇਗਾ? ਸੋ ਭਾਈ ਜਿੱਥੇ ਮਾਤੀ ਖੋਟੀ ਹੈ ਉੱਥੇ ਨਾਮ ਦਾ ਕਦੇ ਵੀ ਟਿਕਾਉ ਨਹੀਂ ਹੁੰਦਾ। ਕਰੀ ਮੌਨ ਪਿਤ ਜਾਨੀ ਮਨ ਮੈਂ। ਪਿਤਾ ਨੇ ਇਹ ਜਾਣ ਕੇ ਵੀ ਇਹਦਾ ਹਿਰਦਾ ਖੋਟਾ, ਇਹਦੇ ਮਨ ਦੇ ਵਿੱਚ ਕੋਈ ਗੱਲ ਗੁਰੂ ਦਾ ਵਚਨ ਵਸੇਗਾ ਨਹੀਂ, ਤੇ ਉਸ ਵੇਲੇ ਚੁੱਪ ਕਰ ਗਿਆ ਪਿਤਾ। ਪਰ ਹੈ ਆਪ ਦਾ ਕੇ ਤਿਕ ਦਿਨ ਮੈਂ। ਮਨ ਵਿੱਚ ਸੋਚਦਾ ਹੈ ਕਿ ਲੱਗਦਾ ਹੈ ਹੁਣ ਥੋੜੇ ਦਿਨਾਂ ਵਿੱਚ ਸਾਡੇ ਉੱਤੇ ਕੋਈ ਵੱਡੀ ਵਿਪਤਾ ਆਉਣ ਵਾਲੀ ਹੈ, ਕਿਉਂਕਿ ਇਹ ਕਰਮ ਹੀ ਇੰਨਾ ਖੋਟਾ ਕਰ ਆਇਆ ਹੈ। ਨਿਜ ਪਤਨੀ ਜੁਤ ਬਹੁ ਬਿਲਖਾਵੈ। ਤੇ ਆਪਣੀ ਪਤਨੀ ਦੇ ਨਾਲ, ਘਰ ਵਾਲੀ ਦੇ ਨਾਲ ਬੜਾ ਅਫਸੋਸ ਪ੍ਰਗਟ ਕਰਦਾ ਹੈ, ਬੜਾ ਬਿਲਖਦਾ ਵਿਸ਼ੰਬਰ ਦਾਸ। ਪਸ਼ੂ ਪੁੱਤਰ ਪਰ ਬਸ ਨਾ ਵਸਾਵੈ। ਪੁੱਤਰ ਦੇ ਉੱਤੇ ਇਹਦਾ ਵਸ ਕੋਈ ਨਹੀਂ ਚੱਲਦਾ, ਕਿਉਂਕਿ ਗੱਲ ਹੀ ਨਹੀਂ ਸੁਣਦਾ ਕੋਈ। ਲੱਗਿਓ ਬਣਜ ਕੋ ਹਰਿ ਗੋਪਾਲ। ਉਧਰ ਹਰਿ ਗੋਪਾਲ ਆਪਣੇ ਵਣਜ ਵਪਾਰ ਦੇ ਵਿੱਚ ਲੱਗ ਗਿਆ। ਦਿਨ ਪ੍ਰਤ ਹੋਇਓ ਦਰਬ ਵਿਸਾਲ। ਉਹ ਜਿਹੜਾ 3000 ਰੁਪਇਆ ਕਮਾ ਕੇ ਲੈ ਕੇ ਆਇਆ ਸੀ ਨਾ, ਉਹਦਾ ਨੇ ਅੱਗੇ ਹੋਰ ਵਣਜ ਵਪਾਰ ਕੀਤਾ ਤੇ ਇਹਦੇ ਕੋਲ ਬਹੁਤਾ ਪੈਸਾ ਹੋ ਗਿਆ। 10,000 ਕਰ ਬਣਜ ਕਮਾਏ। ਤੇ ਇਹਨੇ 10,000 ਰੁਪਇਆ ਵਪਾਰ ਕਰਦਿਆਂ ਕਰਦਿਆਂ ਕਮਾ ਲਿਆ। ਗਰਭਿਓ ਦੀਰਘ ਔਰ ਹਰਿ ਖਾਏ। ਮਨ ਦੇ ਵਿੱਚ ਇਹ ਬੜਾ ਮਾਣ ਹੰਕਾਰ ਕਰਦਾ ਹੈ, ਬੜੀ ਖੁਸ਼ੀ ਹੈ ਇਹਦੇ ਮਨ ਵਿੱਚ ਕਿ ਮੈਂ ਪੈਸਾ ਕਮਾ ਲਿਆ। ਫੂਲ ਗਇਓ ਮੂਰਖ ਬਮਾਨੇ। ਤੇ ਇਹ ਜਿਹੜਾ ਅਭਿਮਾਨੀ ਸੀ, ਹੰਕਾਰੀ ਸੀ, ਮੂਰਖ ਸੀ, ਹਰ ਵਪਾਰ ਫੁੱਲਿਆ ਫਿਰਦਾ ਖੁਸ਼ੀ ਵਿੱਚ। ਬਾਤ ਈਸ਼ਵਰ ਕੀ ਨਾਹਿ ਜਾਣੇ। ਪਰ ਪਰਮੇਸ਼ਰ ਦੀ ਗਤੀ ਨੂੰ, ਪਰਮੇਸ਼ਰ ਦੀ ਭਾਵੀ ਨੂੰ ਇਹਨੇ ਜਾਣਿਆ ਨਾ। ਹੁਣ ਤਨ ਸ਼ੀਨ ਹੁਣ ਕੋ ਲਾਗਾ। ਭਾਣਾ ਨੇਕ ਕੁਦਰਤ ਦੀ ਐਸੀ ਵਰਤੀ ਕਿ ਹੌਲੀ ਹੌਲੀ ਜਿਹੜਾ ਧਨ ਇਕੱਤਰ ਕੀਤਾ ਸੀ ਨਾ ਹਰਗੋਪਾਲ ਨੇ, ਉਹ ਸਾਰਾ ਇਹਦੇ ਕੋਲੋਂ ਹੌਲੀ ਹੌਲੀ ਚਲਿਆ ਜਾਣ ਲੱਗਿਆ, ਘਾਟਾ ਪੈਣ ਲੱਗ ਪਿਆ। ਤਬ ਗੁਰ ਦਿਸ ਕੋ ਮਨ ਅਨੁਰਾਗਾ। ਜਦੋਂ ਕੰਗਾਲ ਹੋ ਗਿਆ, ਕੰਗਲਾ ਹੋ ਗਿਆ, ਤਾਂ ਫਿਰ ਇਹਦਾ ਗੁਰੂ ਵਾਲੇ ਪਾਸੇ ਨੂੰ ਇਹਦਾ ਮਨ ਅਨੁਰਾਗਾ, ਮਨ ਵਿੱਚ ਪ੍ਰੇਮ ਪੈਦਾ ਹੋਇਆ। ਹਰਿਓ ਪਿਤਾ ਕੇ ਪਗ ਪਰ ਜਾਏ। ਫਿਰ ਜਾ ਕੇ ਆਪਣੇ ਬਾਪੂ ਦੇ ਪੈਰਾਂ ਤੇ ਡਿੱਗ ਪਿਆ ਹਰਗੋਪਾਲ। ਰਾਖ ਰਾਖ ਚੱਲ ਗੁਰ ਸ਼ਰਨਾਏ। ਕਹਿੰਦਾ ਬਾਪੂ ਰੱਖ ਲੈ, ਬਾਪੂ ਰੱਖ ਲੈ ਮੈਨੂੰ, ਹੁਣ ਗੁਰੂ ਦੀ ਸ਼ਰਣੀ ਲੈ ਚੱਲ। ਸਭ ਕੁਟੰਬ ਇਕੱਠੋ ਹੋਏ ਗਇਓ। ਜਦੋਂ ਇਹਦਾ ਜਿਹੜਾ ਰੋਣ ਕਰਲਾਟ ਦਾ ਆਵਾਜ਼ ਰੌਲਾ ਰੱਪਾ ਸੁਣਿਆ ਤਾਂ ਸਾਰਾ ਪਰਿਵਾਰ ਇਕੱਤਰ ਹੋ ਗਿਆ। ਗੁਰ ਦਰਸ਼ਨ ਹਿਤ ਚਲਵੋ ਕਿਓ। ਫਿਰ ਗੁਰੂ ਦੇ ਦਰਸ਼ਨਾਂ ਹਿਤ ਇਹ ਸਾਰਿਆਂ ਨੇ ਚਾਲਾ ਮਾਰਿਆ। ਕਰਮ ਕਰਮ ਪੰਥ ਲੰਘਨ ਕੋ ਕਰਾ। ਤੇ ਫਿਰ ਕਰਮ ਪੜਾ ਦਰ ਪੜਾ ਇਹ ਰਸਤੇ ਦੇ ਵਿੱਚ ਰੁਕ ਰੁਕ ਕੇ ਤੇ
ਅਗਾਂਹ ਵਧਦੇ ਗਏ। ਆਏ ਧਿਆਨ ਸਿੰਘ ਮਾਜਰੀਏ ਕਰ। ਹਾਂਜੀ, ਰੋਜੀ ਮਾਜਰੇ ਪਿੰਡ ਪਹੁੰਚ ਗਏ ਜਿੱਥੇ ਵਚਨ ਵੇਚ ਕੇ ਗਿਆ ਸੀ ਹਰਗੋਪਾਲ। ਉਸੇ ਭਾਈ ਧਿਆਨ ਸਿੰਘ ਦੇ ਘਰ ਚਲੇ ਗਏ। ਸੈਤ ਕੁਟੰਬ ਵਿਸ਼ੰਬਰ ਦਾਸ। ਆਪਣੇ ਸਾਰੇ ਪਰਿਵਾਰ ਦੇ ਸਮੇਤ ਵਿਸ਼ੰਬਰ ਦਾਸ ਮਿਲਿਓ ਭਾਉ ਤਰ ਪ੍ਰੇਮ ਪ੍ਰਕਾਸ਼। ਬੜੀ ਭਾਵਨਾ ਧਾਰ ਕੇ ਮਨ ਦੇ ਵਿੱਚ ਪ੍ਰੇਮ ਦਾ ਕੜਾਓ ਕਰਕੇ ਤੇ ਇਹ ਭਾਵਨਾ ਦੇ ਸਹਿਤ ਭਾਈ ਵਿਸ਼ੰਬਰ ਦਾਸ ਭਾਈ ਧਿਆਨ ਸਿੰਘ ਨੂੰ ਮਿਲਿਆ ਸਿਮਰ ਕਰਾਏ ਆਹਾਰ ਚਾਹਿਓ। ਤੇ ਅੱਗੋਂ ਗੁਰੂ ਦੇ ਸਿੱਖ ਨੇ ਵੀ ਬੜੀ ਭਾਵਨਾ ਦੇ ਨਾਲ ਇਹਨਾਂ ਦਾ ਸਤਿਕਾਰ ਕੀਤਾ, ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਇਹਨਾਂ ਦਾ ਡੇਰਾ ਕਰਵਾਇਆ ਆਪਣੇ ਘਰ ਦੇ ਵਿੱਚ ਤੇ ਚੰਗਾ ਭੋਜਨ ਪ੍ਰਸ਼ਾਦਾ ਛਕਾਇਆ ਇਹਨਾਂ ਨੂੰ। ਹੁਣ ਚਰਚਾ ਸਤਿਗੁਰ ਨੇ ਚਲਾਇਓ। ਉਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਬਤ ਵਚਨ ਕਰਨ ਲੱਗ ਪਏ। ਧਿਆਨ ਸਿੰਘ ਸੁਣਿਐ ਚਿਤ ਲਾਏ। ਕਹਿੰਦਾ ਧਿਆਨ ਸਿੰਘ ਗੁਰੂ ਦੇ ਸਿੱਖਾ ਧਿਆਨ ਨਾਲ ਮੇਰੀ ਗੱਲ ਸੁਣ ਲੈ ਦਿਲ ਲਾ ਕੇ। ਹਿਤਕਾਰੀ ਤੂੰ ਮਨ ਗੁਰ ਭਾਏ। ਤੂੰ ਮੇਰਾ ਗੁਰ ਭਾਈ ਹੈ, ਉਸੇ ਗੁਰੂ ਦਾ ਤੂੰ ਸਿੱਖ ਹੈ, ਉਸੇ ਗੁਰੂ ਦਾ ਮੈਂ ਸਿੱਖ ਹੈ ਤੇ ਤੂੰ ਮੇਰਾ ਹਿਤਕਾਰੀ ਹੈ, ਹਿਤ ਕਰਨ ਵਾਲਾ, ਭਲਾ ਕਰਨ ਵਾਲਾ ਹੈ। ਸੁਤੇ ਬਚਨ ਭਾਏ ਕਾਲੀਨਾ। ਤੂੰ ਮੇਰੇ ਪੁੱਤਰ ਤੋਂ ਜਿਹੜਾ ਗੁਰੂ ਨੇ ਵਚਨ ਕੀਤਾ ਸੀ ਭਾਵਨਾ ਦਾ ਉਹ ਵਚਨ ਲੈ ਲਿਆ। ਬਿਰਤ ਸਦਨ ਪਹੁੰਚਿਓ ਤਬ ਕੀਨਾ। ਮੈਨੂੰ ਤਾਂ ਉਦੋਂ ਪਤਾ ਲੱਗਿਆ, ਉਦੋਂ ਇਹਨੇ ਪ੍ਰਗਟ ਕੀਤਾ, ਉਦੋਂ ਦੱਸਿਆ ਜਾ ਕੇ ਜਦੋਂ ਘਰ ਪਹੁੰਚਿਆ ਹੈ। ਆਪ ਮੇਰੀ ਕਹੋ ਕਿਆ ਹੋਏ ਗਤੇ। ਹੁਣ ਤੂੰ ਦੱਸ ਇਹ ਗੁਰੂ ਦਾ ਵਚਨ ਵੇਚ ਕੇ ਇਹਨੇ ਤਾਂ ਪਾਪ ਕਰ ਦਿੱਤਾ, ਮੇਰੀ ਗਤੀ ਕਿਵੇਂ ਹੋਵੇਗੀ, ਮੇਰਾ ਪਾਰ ਉਤਾਰਾ ਕਿਵੇਂ ਹੋਵੇ। ਸੁਤ ਬਿਨ ਸ਼ਰਦਾ ਜਿਸ ਲਗਮਤੇ। ਕਿਉਂਕਿ ਮੇਰਾ ਪੁੱਤਰ ਸ਼ਰਧਾ ਤੋਂ ਹੀਣ ਹੈ, ਜਿਹਦੀ ਮੱਤ ਜਿਹੜੀ ਬੜੀ ਛੋਟੀ ਹੈ। ਅਬ ਤੋ ਹਾਥ ਐ ਨਿਸਤਾਰਾ। ਹੁਣ ਤਾਂ ਸਿੱਖਾ ਤੇਰੇ ਹੱਥੀ ਸਾਡਾ ਨਿਸਤਾਰਾ, ਤੂੰ ਹੀ ਪਾਰ ਉਤਾਰਾ ਕਰ ਸਕਦਾ ਹੈ। ਰਹੋ ਦੀਨ ਪਰ ਬਹੁ ਉਪਕਾਰਾ। ਮੇਰੇ ਗਰੀਬ ਦੇ ਉੱਤੇ ਤੂੰ ਕਿਰਪਾ ਕਰ, ਸਾਡਾ ਕਿਸੇ ਤਰ੍ਹਾਂ ਪਾਰ ਉਤਾਰਾ ਕਰ ਦੇ, ਸਾਡੇ ਤੇ ਪਰ ਉਪਕਾਰ ਕਰਕੇ। ਸਤਿਗੁਰ ਜਿਮ ਪ੍ਰਸੰਨ ਹੋਏ ਜਾਵੇ। ਮੈਨੂੰ ਕੋਈ ਐਸੀ ਤਰਕੀਬ ਦੱਸ ਜਿਹਦੇ ਨਾਲ ਫੇਰ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਸਤਿਗੁਰੂ ਦੀ ਖੁਸ਼ੀ ਮਿਲੇ। ਸੋ ਉਪਾਵ ਤੁਝ ਤੇ ਬਨ ਆਵੇ। ਉਹ ਉਪਾਅ, ਉਹ ਜੁਗਤੀ, ਉਹ ਤਰੀਕਾ ਦਾ ਹੁਣ ਤੇਰੇ ਤੋਂ ਹੀ ਬਣ ਪਾਵੇਗਾ। ਸੁਨਤ ਧਿਆਨ ਸਿੰਘ ਤਵੇ ਬਖਾਨਾ। ਉਸ ਵੇਲੇ ਭਾਈ ਧਿਆਨ ਸਿੰਘ ਸੁਣ ਕੇ ਕਹਿਣ ਲੱਗਾ, ਮੈਂ ਵੀ ਤੁਮ ਸੰਗ ਕਰੋ ਪਿਆਨਾ। ਕਹਿੰਦਾ ਭਾਈ ਚਲੋ ਮੈਂ ਵੀ ਸਤਿਗੁਰੂ ਦੇ ਦਰਸ਼ਨ ਕਰਨ ਤੁਹਾਡੇ ਨਾਲ ਹੀ ਚੱਲਾਂਗਾ। ਜਿਮ ਕੈ ਸੁਖਤ ਵਿਤੀ ਜਬ ਰਾਤੇ। ਇਸ ਤਰ੍ਹਾਂ ਸਾਰੀ ਰਾਤ ਗੱਲਾਂ ਬਾਤਾਂ ਕਰਦਿਆਂ ਬਤੀਤ ਹੋ ਗਈ। ਭਏ ਤਿਆਰ ਗਮਨੇ ਮਗ ਪ੍ਰਾਤੇ। ਸਵੇਰ ਹੋਈ, ਸਾਰੇ ਤਿਆਰ ਹੋ ਗਏ ਤੇ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਚਾਲੇ ਅਨੰਦਪੁਰ ਪਹੁੰਚੇ ਆਏ। ਚੱਲਦਿਆਂ ਚੱਲਦਿਆਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ। ਜੈ ਸੋ ਹੈ ਗੋਬਿੰਦ ਸਿੰਘ ਰਾਏ। ਜਿੱਥੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ੋਭਾਏਮਾਨ ਹਨ। ਸਗਰੇ ਧਾਏ ਪਰੇ ਗੁਰ ਚਰਨਾ। ਸਾਰੇ ਧਾ ਕੇ ਭੱਜ ਕੇ ਬੜੀ ਭਾਵਨਾ ਦੇ ਨਾਲ ਸਤਿਗੁਰੂ ਦੇ ਚਰਨਾਂ ਤੇ ਢਹਿ ਪਏ। ਪ੍ਰਭ ਬਖਸ਼ਿੰਦ ਰਾਖੀਐ ਸ਼ਰਨਾ। ਬੇਨਤੀ ਕੀਤੀ, ਹੇ ਪ੍ਰਭੂ, ਹੇ ਮਾਲਕਾ, ਤੂੰ ਬਖਸ਼ਣ ਵਾਲਾ ਹੈ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈ। ਅਬ ਲੋਕਤਾ ਕਲਗੀਧਰ ਹਸੇ। ਸਤਿਗੁਰੂ ਕਲਗੀਧਰ ਪਾਤਸ਼ਾਹ ਨਾ ਉਸ ਵੇਲੇ ਦੇਖਦੇ ਦੇਖਦੇ ਹੱਸਣ ਲੱਗ ਪਏ। ਮਹਾ ਕਿਰਪਾਲ ਕਿਰਪਾ ਦੇ ਰਸੇ। ਮਹਾ ਕਿਰਪਾਲੂ ਸਤਿਗੁਰੂ ਜੀ ਜਿਹੜੇ ਕਿਰਪਾ ਦੇ ਆਲ ਹਨ, ਕਿਰਪਾ ਦੇ ਘਰ ਹਨ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚੋਂ ਹਮੇਸ਼ਾ ਹੀ ਨਦਰ ਦਾ ਰਸ ਵਗਦਾ ਰਹਿੰਦਾ ਹੈ। ਕੁਸ਼ਲ ਪ੍ਰਸ਼ਨ ਕਰ ਬੈਠੇ ਪਾਸ। ਰਾਜੀ ਖੁਸ਼ੀ ਪੁੱਛੀ ਤੇ ਇਹ ਕੋਲ ਬੈਠ ਗਏ। ਅਪਰ ਬਾਤ ਨੈ ਕੀਨ ਪ੍ਰਕਾਸ਼। ਹੋਰ ਕੋਈ ਗੱਲ ਨਾ ਕੀਤੀ। ਡੇਰਾ ਕਰ ਉਤਰੇ ਪੁਰ ਮਾਹੇ। ਫਿਰ ਇਹਨਾਂ ਨੇ ਡੇਰਾ ਕਰ ਲਿਆ। ਵਿਸ਼ੰਬਰ ਦਾਸ ਦੇ ਪਰਿਵਾਰ ਨੇ, ਸਾਰੇ ਨੇ ਅਨੰਦਪੁਰ ਸਾਹਿਬ ਦੇ ਵਿੱਚ। ਨਿਤ ਦਰਸ਼ਨ ਬਾਸ਼ਤ ਚਿਤ ਚਾਹੇ। ਜੋ ਚਿੱਤ ਦੀ ਚਾਹਨਾ ਸੀ, ਮਨ ਦੀ ਇੱਛਾ ਸੀ, ਉਹਦੇ ਮੁਤਾਬਕ ਨਿਤਾ ਪ੍ਰਤੀ ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਭੋਜਨ ਕਰਤ ਦੇਗ ਤੇ ਲੈ ਤੇ ਕੇ। ਦੇਗ ਦੇ ਵਿੱਚੋਂ, ਲੰਗਰ ਦੇ ਵਿੱਚੋਂ ਲੈ ਕਰਕੇ ਭੋਜਨ ਛਕ ਲੈਂਦੇ ਐ। ਬਾਸੁਰ ਤੀਨ ਬਿਤਾਵਨ ਕਹਿ ਕੇ। ਇਸ ਤਰ੍ਹਾਂ 3 ਰਾਤਾਂ 3 ਦਿਨ ਇਹਨਾਂ ਨੇ ਬਤੀਤ ਕੀਤੇ। ਪੁੱਤਰ ਸਮੇਤ ਵਿਸ਼ੰਬਰ ਦਾਸ। ਆਪਣੇ ਪੁੱਤਰ ਦੇ ਸਮੇਤ ਭਾਈ ਵਿਸ਼ੰਬਰ ਦਾਸ ਆਇਓ ਪਛਤਾਵਤ ਗੁਰ ਪਾਸ। ਆਪਣੇ ਪੁੱਤਰ
ਹਰਗੋਪਾਲ ਨੂੰ ਲੈ ਕੇ ਪਛਤਾਉਂਦਾ ਹੋਇਆ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਿਆ 3 ਦਿਨਾਂ ਬਾਅਦ। ਅੱਗੇ ਖਰੋ ਭਇਓ ਕਛ ਬੰਦਾ। ਸਤਿਗੁਰੂ ਜੀ ਦੇ ਅੱਗੇ ਖੜਾ ਹੋ ਗਿਆ ਦੋਵੇਂ ਹੱਥ ਜੋੜ ਕਰਕੇ। ਬਖਸ਼ੋ ਕਿਰਪਾ ਠਾਨ ਬਖਸ਼ਿੰਦਾ। ਹੇ ਕਿਰਪਾਲੂ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਬਖਸ਼ ਲਵੋ। ਹੇ ਪ੍ਰਭ ਪੂਰਨ ਵੀਰਜ ਭਲਾ। ਹੇ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਜ ਤਾਂ ਬਹੁਤ ਚੰਗਾ ਸੀ, ਰਿਸ਼ ਡਾਲ ਸੁਦਾ ਮੈਂ ਚਲਾ। ਪਰ ਮਹਾਰਾਜ ਸੱਚੇ ਪਾਤਸ਼ਾਹ ਉਹ ਬੀਜ ਦੇ ਵਿੱਚੋਂ ਜਿਹੜਾ ਵਿਰਛ ਪੈਦਾ ਹੋਇਆ, ਭਾਵ ਸਾਡੇ ਘਰ ਵਿੱਚ ਸਿੱਖੀ ਸੀ ਤੁਹਾਡੇ ਵਚਨਾਂ ਕਰਕੇ, ਉਹ ਤੇ ਚੰਗੀ ਗੱਲ ਸੀ। ਮੇਰਾ ਪੁੱਤਰ ਪੈਦਾ ਹੋਇਆ, ਪਰ ਇਹ ਜਿਹੜਾ ਮੇਰਾ ਪੁੱਤਰ ਰੂਪੀ ਟਾਹਣਾ ਨਾ ਇਹ ਵਿੰਗਾ ਟੇਢਾ ਚਲੇ ਗਿਆ। ਹਮ ਮੂਰਖ ਖੋਟੇ ਮਨ ਕਾਮੇ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਮੂਰਖ ਹਾਂ, ਸਾਨੂੰ ਸਮਝ ਕੋਈ ਨਹੀਂ, ਸਾਡਾ ਮਨ ਖੋਟਾ ਖਟਿਆਈਆਂ ਦਾ ਬੁਰਾਈਆਂ ਦਾ ਭਰਿਆ ਹੋਇਆ ਤੇ ਮਨ ਸਾਡਾ ਕਾਮੀ ਹੈ, ਕਾਮਨਾਵਾਂ ਇਛਾਵਾਂ ਦਾ ਭਰਿਆ ਹੈ। ਕਿਰਤ ਕਾਣ ਕਿਰਪਣ ਲੂਣ ਹਰਾਮੇ। ਮਹਾਰਾਜ ਅਸੀਂ ਕੀਤੇ ਨੂੰ ਨਾ ਜਾਣਨ ਵਾਲੇ ਅਕਿਰਤ ਘਣ ਹੈ ਤੇ ਕਿਰਪਣ ਕੰਜੂਸ ਹਾਂ ਅੱਤ ਦੇ, ਲੂਣ ਹਰਾਮੀ ਖਾ ਕੇ ਹਰਾਮ ਕਰਨ ਵਾਲੇ ਹਾਂ। ਨਾਮ ਗੁਲਾਮ ਨਾ ਕਰੇ ਗੁਲਾਮੇ। ਮਹਾਰਾਜ ਸਾਡਾ ਅਸੀਂ ਨਾਮ ਦੀ ਦਾਸ ਹਾਂ, ਨਾਮ ਦੇ ਗੁਲਾਮ ਹੈ, ਪਰ ਗੁਲਾਮੀ ਸੇਵਾ ਚਾਕਰੀ ਗੁਰੂ ਦੀ ਅਸੀਂ ਕਰਦੇ ਨਹੀਂ। ਤੋ ਕਿਰਪਾਲ ਆਪ ਹੋ ਸੁਆਮੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤੇ ਕਿਰਪਾ ਦੇ ਘਰ ਹੋ। ਬਿਰਧ ਗਰੀਬ ਨਿਵਾਜ ਤੁਮਾਰਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਤਾਂ ਗਰੀਬਾਂ ਨੂੰ ਨਵਾਜਣ ਵਾਲਾ ਹੀ ਬਿਰਧ ਹੈ, ਸੁਭਾਅ ਹੈ। ਨਾਮ ਪਤਿਤ ਪਾਵਨ ਸੁਖ ਸਾਰਾ। ਮਹਾਰਾਜ ਸੱਚੇ ਪਾਤਸ਼ਾਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਪਤਿਤਾਂ ਨੂੰ ਪਾਵਨ ਕਰਨ ਵਾਲਾ, ਸੁੱਖਾਂ ਦੇ ਸਾਰ ਸੁੱਖਾਂ ਦਾ ਖਜ਼ਾਨਾ ਹੋ ਤੁਸੀਂ। ਅਦਮ ਉਦਾਹਰਣ ਸਦਾ ਸੁਭਾਓ। ਮਹਾਰਾਜ ਸੱਚੇ ਪਾਤਸ਼ਾਹ ਨੀਚਾਂ ਨੂੰ ਪਾਪੀਆਂ ਨੂੰ ਉਧਾਰਨ ਵਾਲਾ ਤੁਹਾਡਾ ਸੁਭਾਅ ਹੈ, ਪਾਰ ਉਤਾਰਾ ਕਰਨ ਵਾਲਾ। ਦੇਖੋ ਦਾਸ ਕੋ ਦੋਸ਼ ਨ ਕਾਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਦੋਸ਼ੀਆਂ ਦਾ, ਦਾਸਾਂ ਦਾ ਕੋਈ ਦੋਸ਼ ਨਾ ਦੇਖੋ। ਬ੍ਰਿਸ਼ ਡਾਲ ਸੁਦਾ ਅਬ ਕਰੀਐ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਵਿਰਛ ਦੀ ਟਾਹਣੀ, ਵਿਰਛ ਦਾ ਟਾਹਣਾ ਜਿਹੜਾ ਨਾ ਇਹ ਟੇਢਾ ਵਿੰਗਾ ਹੋ ਗਿਆ, ਭਾਵ ਗੁਰੂ ਘਰ ਤੋਂ ਸਾਡੀ ਸ਼ਰਧਾ ਟੁੱਟ ਗਈ ਹੈ ਮੇਰੇ ਪੁੱਤਰ ਦੀ, ਇਹ ਵਿਰਛ ਦੇ ਟਾਹਣੇ ਨੂੰ ਸਿੱਧਾ ਕਰ ਦਿਓ, ਭਾਵ ਸ਼ਰਧਾ ਭਾਵਨਾ ਬਖਸ਼ੋ। ਮੋਹ ਪਰ ਕਰੁਣਾ ਦ੍ਰਿਸ਼ਟ ਨਿਹਰਿਆ। ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਕਿਰਪਾਲੂ ਦ੍ਰਿਸ਼ਟੀ ਦੇ ਨਾਲ ਤੱਕੋ। ਸੁਨ ਸ਼੍ਰੀ ਮੁਖ ਪੰਕਜ ਵਿਖਸਾਹੇ। ਸਤਿਗੁਰੂ ਜੀ ਉਸ ਵੇਲੇ ਆਪਣੇ ਕਮਲ ਸਰੀਖੇ ਮੁਖਾਰ ਵਿੱਚ ਤੋਂ ਮੁਸਕਰਾਉਂਦੇ ਹਨ। ਪੂਰਬ ਬਿਤਿਓ ਪ੍ਰਸੰਗ ਬਤਾਏ। ਤੇ ਪਿਛਲਾ ਬੀਤਿਆ ਹੋਇਆ ਪ੍ਰਸੰਗ ਸਤਿਗੁਰ ਸੱਚੇ ਪਾਤਸ਼ਾਹ ਦੱਸਣ ਲੱਗੇ। ਸ਼੍ਰੀ ਨਾਨਕ ਸਿਦਨ ਸੰਗ ਮਿਲਕਾ। ਕਹਿਣ ਲੱਗੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਸਿੱਧਾਂ ਨੂੰ ਮਿਲ ਕੇ ਪਹੁੰਚੇ ਤੋਰ ਪਿਤਾਮਾ ਕੇ ਘਰ। ਜਦੋਂ ਤੇਰੇ ਦਾਦੇ ਦੇ ਘਰ ਪਹੁੰਚੇ ਸਨ ਬਿਸ਼ੰਬਰ ਦਾਸਾ। ਨਾਨੂ ਨਾਮ ਬਿਖੇ ਗੁਰ ਆਏ। ਹਾਂ, ਤੇਰੇ ਦਾਦੇ ਦਾ ਨਾਮ ਨਾਨੂ ਪੰਡਤ ਸੀ ਤੇ ਉਹਨੇ ਜਦੋਂ ਵੇਖਿਆ ਸਤਿਗੁਰੂ ਜੀ ਆਏ ਹਨ, ਅਨਕ ਰੀਤ ਕਰ ਸੇਵ ਰਜਾਏ। ਤੇ ਅਨੇਕਾਂ ਪ੍ਰਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ, ਸਤਿਗੁਰੂ ਨੂੰ ਰਿਝਾ ਲਿਆ, ਖੁਸ਼ ਕੀਤਾ। ਚਲਵੇ ਤਿਆਰ ਭਏ ਜੇ ਸਮੇਂ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜਾਣ ਲੱਗੇ ਵਾਪਸ, ਉਸ ਵੇਲੇ ਉਸੇ ਕੁਛ ਸੰਸੈ ਪਗ ਨਵੇਂ। ਤੇ ਉਸ ਵੇਲੇ ਤੇਰੇ ਦਾਦੇ ਨਾਨੂ ਪੰਡਤ ਨੇ ਉਹਦੇ ਮਨ ਵਿੱਚ ਕੋਈ ਸ਼ੰਕਾ ਸੀ, ਪ੍ਰਸ਼ਨ ਕੀਤਾ ਸਤਿਗੁਰੂ ਨੂੰ। ਹੱਸ ਕਰ ਸ਼੍ਰੀ ਨਾਨਕ ਕੈ ਬਾਤ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਹੱਸ ਕੇ ਵਚਨ ਕੀਤਾ, ਜਬ ਤੂੰ ਔਰੈ ਧਰ ਹੈ ਗਾਤ। ਕਹਿੰਦੇ ਐ ਨਾਨੂ ਜਦੋਂ ਤੂੰ ਕੋਈ ਹੋਰ ਸਰੀਰ ਧਾਰਨ ਕਰੇਗਾ, ਦਸਵਾਂ ਜਾਮਾ ਹੋਏ ਹਮਾਰਾ। ਉਸ ਵੇਲੇ ਸਾਡਾ 10ਵਾਂ ਜਾਮਾ ਹੋਵੇਗਾ, ਅਸੀਂ 10ਵੇਂ ਜਗ੍ਹਾ 10ਵੇਂ ਸਰੀਰ ਦੇ ਵਿੱਚ ਇਹ ਜੋਤ ਧਰਾਂਗੇ। ਅਬ ਤੁਮ ਬੂਝੋ ਕਰੇ ਉਚਾਰਾ। ਉਸ ਵੇਲੇ ਤੁਸੀਂ ਇਹ ਵਚਨ ਕਰਿਓ, ਪੁੱਛ ਲਿਓ ਤੇ ਅਸੀਂ ਦੱਸ ਦੇਵਾਂਗੇ। ਸੋ ਤੂੰ ਇਹ ਤਨ ਪ੍ਰਾਪਤ ਭਇਓ। ਕਹਿਣ ਲੱਗੇ ਭਾਈ ਬਿਸ਼ੰਬਰ ਦਾਸਾ, ਹੁਣ ਤੂੰ ਉਹ ਜਿਹੜਾ ਨਾਨੂ ਪੰਡਤ ਸੀ ਨਾ, ਤੂੰ ਹੀ ਦੁਬਾਰਾ ਬਿਸ਼ੰਬਰ ਦਾਸ ਬਣ ਕੇ ਜਨਮ ਲਿਆ, ਉਹ ਸਰੀਰ ਹੁਣ ਤੂੰ ਧਾਰਨ ਕੀਤਾ ਹੈ। ਦਸਮ ਸਰੀਰ ਹੀ ਹਮ ਭਇਓ। ਤੇ ਅਸੀਂ 10ਵੇਂ ਸਰੂਪ ਦੇ ਵਿੱਚ ਉਹ ਗੁਰੂ ਨਾਨਕ ਦੀ ਜੋਤ ਹੀ ਲੈ ਕੇ ਆਏ ਹਾਂ। ਵਚਨ ਦਰਬਸੋ ਧਰਿਓ ਮਹਾਰਾ। ਜਿਹੜਾ ਤੇਰਾ ਵਚਨ ਸੀ ਨਾ, ਉਹ ਸਾਡੇ ਕੋਲੇ ਅਮਾਨਤ ਵਜੋਂ ਧਰਿਆ ਪਿਆ ਹੈ। ਜਾਓ ਸੋ ਪਿਆਰੇ ਪੂਛ ਪਛਾਣਾ। ਤੇ ਹੁਣ ਜਿਵੇਂ
ਪੁੱਛਣਾ ਚਾਹੁੰਦਾ ਹੈ, ਪੁੱਛ ਕੇ ਪਛਾਣ ਲੈ, ਪੁੱਛ ਕੇ ਜਾਣ ਪਛਾਣ ਕਰ ਲਾ ਉਹ ਬਚਨ ਦੇ ਨਾਲ। ਤੁਮ ਨਾਨੂ ਸੋ ਹਮ ਗੁਰ ਤੇਰੇ, ਤੂੰ ਉਹ ਨਾਨੂ ਪੰਡਤ ਹੈ ਤੇ ਅਸੀਂ ਤੇਰੇ ਉਹੀ ਸਤਿਗੁਰੂ ਨਾਨਕ ਹਾਂ। ਪ੍ਰਥਮ ਮਿਲਨ ਤੇ ਮੇਲ ਵਡੇਰੇ, ਤੇਰਾ ਪਹਿਲੀ ਮਿਲਣੀ ਵੇਲੇ ਲਈ ਸਾਡੇ ਨਾਲ ਬੜਾ ਮੇਲ ਜੋਲ ਪ੍ਰੇਮ ਹੈ। ਮਿਲਵੇ ਭਾਣਾ ਤੋ ਹਮਾਰਾ, ਇਹ ਮਿਲਣਾ ਦਾ ਦੁਬਾਰੇ ਮਿਲਾਪ ਜਿਹੜਾ ਹੋਇਆ ਨਾ ਇਹ ਵੀ ਸਾਡਾ ਭਾਣਾ ਹੀ ਹੈ। ਨਹੀਂ ਦੋਸ਼ ਤਵ ਪੁੱਤਰ ਮਝਾਰਾ, ਤੇਰੇ ਪੁੱਤਰ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ। ਸੁਣ ਤੋ ਬਿਸੰਬਰ ਦਾਸ ਚੰਬਾ, ਜਦੋਂ ਬਿਸ਼ੰਬਰ ਦਾਸ ਨੇ ਇਹ ਸੁਣਿਆ ਬੜਾ ਅਚੰਭਤ ਹੋਇਆ, ਬੜਾ ਅਚਰਜ ਜਾ ਹੋ ਗਿਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਮੇਲੇ ਦੇ ਉੱਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਉੱਥੇ ਗਏ ਤੇ ਉੱਥੇ ਉਸ ਦਿਨ ਸੂਰਜ ਗ੍ਰਹਿਣ ਦਾ ਦਿਨ ਸੀ ਤੇ ਸੂਰਜ ਗ੍ਰਹਿਣ ਵੇਲੇ ਇਹ ਸਨਾਤਨ ਮਤ ਵਾਲੇ ਕੀ ਕਰਦੇ ਨੇ, ਇਹਨਾਂ ਦੀ ਮਰਿਆਦਾ ਹੈ ਕਿ ਕੁਰੂਕਸ਼ੇਤਰ ਦੇ ਵਿੱਚ ਅੱਗ ਨਹੀਂ ਬਾਲਦੇ, ਚੁੱਲ੍ਹੇ ਵਿੱਚ ਧੂੰਆਂ ਨਹੀਂ ਕੱਢਦੇ। ਤੇ ਭਾਣਾ ਕੀ ਵਰਤਾਇਆ ਸਤਿਗੁਰ ਨੇ, ਵਿਧ ਕੀ ਰਚੀ ਕਿ ਇੱਕ ਰਾਣੀ ਤੇ ਉਹਦਾ ਪੁੱਤਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਹਮਲਾ ਕਰਕੇ ਮੇਰੇ ਪਤੀ ਨੂੰ ਮਾਰ ਦਿੱਤਾ, ਕਿਸੇ ਦੂਸਰੇ ਰਾਜੇ ਨੇ ਰਾਜ ਭਾਗ ਸਾਡਾ ਖੋਲਿਆ, ਘਰ ਘਾਟ ਤੋਂ ਉਜੜੇ ਹੋਏ ਜੰਗਲਾਂ ਬਣਾ ਦੇ ਵਿੱਚ ਤੁਰੇ ਫਿਰਦੇ, ਕਿਰਪਾ ਕਰਕੇ ਸਾਡਾ ਰਾਜ ਭਾਗ ਵਾਪਸ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੱਜ ਜਿਹੜਾ ਸੂਰਜ ਗ੍ਰਹਿਣ ਦਾ ਦਿਨ ਹੈ, ਕੋਈ ਪੁੰਨਦਾਨ ਕਰੋ ਤੇ ਫਿਰ ਤੁਹਾਡਾ ਜੋ ਤੁਸੀਂ ਬੇਨਤੀ ਕੀਤੀ ਇਹਦੇ ਉੱਤੇ ਅਸੀਂ ਗੌਰ ਫਰਮਾਵਾਂਗੇ। ਸਤਿਗੁਰੂ ਨੇ ਕੋਈ ਇਹ ਵਿਧ ਵਰਤਾ ਰਹੇ ਸੀ ਤੇ ਆਖਿਆ ਮਹਾਰਾਜ ਸਾਡੇ ਤਾਂ ਪਾਸ ਕੁਝ ਨਹੀਂ, ਸਾਡੇ ਤਾਂ ਜਿਹੜੇ ਤਨ ਦੇ ਉੱਤੇ ਕੱਪੜੇ ਪਾਏ ਆ ਬਸ ਇਹੋ ਹੀ ਸਾਡੇ ਕੋਲੇ ਹੈ। ਮਹਾਰਾਜ ਕਹਿੰਦੇ ਹੋਰ ਤੁਹਾਡੇ ਕੋਲ ਚਲੋ ਜੋ ਹੈ ਉਸ ਵੇਲੇ ਇਸ ਵੇਲੇ ਉਹੀ ਦੇ ਦਿਓ। ਤੇ ਇਹ ਜਿਹੜਾ ਸੀ ਨਾ ਰਾਣੀ ਦਾ ਪੁੱਤਰ ਆ, ਇਹਨੇ ਆਉਂਦੇ ਆਉਂਦੇ ਇਹਨੇ ਬੱਚੇ ਨੇ ਇੱਕ ਸ਼ਿਕਾਰ ਕੀਤਾ ਸੀ ਮਿਰਗ ਦਾ, ਉਹ ਨਾਲ ਹੀ ਚੱਕੀ ਫਿਰਦੇ ਸੀ। ਲਿਆ ਕੇ ਸਤਿਗੁਰ ਨੇ ਵਚਨ ਕੀਤਾ ਭਾਈ ਜੋ ਹੈ ਕੋਲ ਉਹ ਭੇਟਾ ਕਰ ਦਿਓ। ਇਹਨਾਂ ਨੇ ਉਹ ਮਿਰਗ ਹੀ ਲਿਆ ਕੇ ਸਤਿਗੁਰ ਦੇ ਅੱਗੇ ਰੱਖ ਦਿੱਤਾ, ਕਹਿੰਦੇ ਮਹਾਰਾਜ ਆਹੀ ਆ ਸਾਡੇ ਕੋਲ। ਤਾਂ ਸਤਿਗੁਰ ਸੱਚੇ ਪਾਤਸ਼ਾਹ ਹੁਣ ਕੌਤਕ ਵਰਤਾ ਰਹੇ ਆ, ਮਤਾ ਕਿਤੇ ਇਸ ਗੱਲ ਤੋਂ ਇਹ ਜਾਣਿਓ ਕਿ ਸਤਿਗੁਰੂ ਜੀ ਮਾਸਰੇ ਨਾ ਰਹੇ ਹੈ। ਸਤਿਗੁਰ ਸੱਚੇ ਪਾਤਸ਼ਾਹ ਇਹ ਆਪਾਂ ਨੂੰ ਅੱਗੇ ਕਲੀਅਰ ਹੋਵੇਗਾ ਕਿ ਸਪਸ਼ਟ ਹੋਵੇਗਾ ਕਿ ਸਤਿਗੁਰੂ ਦੀ ਵਿਧ ਕੀ ਵਰਤ ਰਹੀ ਹੈ, ਕੌਤਕ ਕੀ ਵਰਤਾ ਰਹੇ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੱਟ ਕੇ ਇਹਨੂੰ ਸਾਫ਼ ਕਰਕੇ ਤੇ ਪਾਓ ਪਤੀਲੇ ਦੇ ਵਿੱਚ, ਤੌੜੀ ਦੇ ਵਿੱਚ, ਘੜੇ ਦੇ ਵਿੱਚ ਤੇ ਇਹਨੂੰ ਰਿੰਨ ਲਓ। ਤੇ ਜਦੋਂ ਉਹਨਾਂ ਨੇ ਇਹ ਰੱਖਿਆ ਚੁੱਲ੍ਹੇ ਵਿੱਚ ਅੱਗ ਬੜੀ, ਧੂੰਆਂ ਨਿਕਲਿਆ ਤੇ ਪੰਡਤ ਸੀ ਜਿਹੜੇ ਉੱਥੇ ਬ੍ਰਾਹਮਣ ਉਹ ਸਾਰੇ ਇਕੱਠੇ ਹੋ ਕੇ ਆ ਗਏ, ਕਹਿੰਦੇ ਵੀ ਆਹ ਕੀ ਕੰਮ ਕੀਤਾ ਇਹਨਾਂ ਨੇ, ਸੂਰਜ ਗ੍ਰਹਿਣ ਦੇ ਸਮੇਂ ਅੱਗ ਬਾਲੀ ਹੈ। ਜਦੋਂ ਨੇੜੇ ਆ ਕੇ ਦੇਖਿਆ ਕਹਿੰਦੇ ਤਾਂ ਮਾਸ ਵੀ ਰਿੰਨ ਰਹੇ ਆ, ਕਹਿੰਦੇ ਮਾਰੋ ਇਹਨਾਂ ਨੂੰ। ਰਾਜੇ ਦੇ ਪੁੱਤਰ ਨੂੰ ਤੇ ਰਾਣੀ ਨੂੰ ਮਾਰਨ ਪੈ ਗਏ ਤੇ ਵਿੱਚੇ ਸਤਿਗੁਰਾਂ ਵੱਲ ਝੰਜਾ ਲੈ ਲੈ ਕੇ ਬਹਿਣ। ਕਹਿੰਦੇ ਇਹ ਬਾਬੇ ਨੇ ਸਾਰਾ ਕੁਝ ਕਰਵਾਇਆ, ਆਹ ਸਾਧੂ ਨੇ ਇਹ ਕਰਵਾਇਆ ਸਾਰਾ ਕੁਝ ਕਹਿ ਕਹਾ ਕੇ ਤੇ ਮਾਰਨ ਪੈ ਗਏ ਜਿਸ ਵੇਲੇ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਜੇ ਮਾਰਨਾ ਤਾਂ ਚਲੋ ਅਸੀਂ ਥੋੜੇ ਆ, ਸਾਡਾ ਬਸ ਤੁਹਾਡੇ ਅੱਗੇ ਕੋਈ ਚੱਲਦਾ ਨਹੀਂ, ਤੁਸੀਂ ਮਾਰ ਸਕਦੇ ਹੋ, ਪਰ ਪਹਿਲਾਂ ਜੇ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ ਨਾ, ਸੱਚ ਦਾ ਨਿਸਤਾਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ 'ਚੋਂ ਕੋਈ ਚਰਚਾ ਕਰੇ ਮੇਰੇ ਨਾਲ। ਉਸ ਵੇਲੇ ਨਾਨੂ ਪੰਡਤ ਜਿਹੜਾ ਬੜਾ ਪੜ੍ਹਿਆ ਲਿਖਿਆ ਵਿਦਵਾਨ ਸੀ, ਪੰਡਤ ਨਾਮ ਹੀ ਵਿਦਵਾਨ ਹੈ, ਬ੍ਰਾਹਮਣ ਇੱਕ ਸ਼੍ਰੇਣੀ ਦਾ ਨਾਮ ਹੈ ਤੇ ਪੰਡਤ ਕਹਿੰਦੇ ਆ ਵਿਦਵਾਨ ਨੂੰ, ਕੋਈ ਵੀ ਹੋ ਸਕਦਾ ਹੈ। ਤੇ ਇਹ ਬ੍ਰਾਹਮਣ ਵੀ ਸੀ ਤੇ ਪੰਡਿਤ ਵੀ ਸੀ, ਵਿਦਵਾਨ ਵੀ ਬੜਾ ਸੀ। ਇਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਕੇ ਕੁਝ ਪ੍ਰਸ਼ਨ ਉੱਤਰ ਕੀਤੇ ਤੇ ਜਦੋਂ ਇਹ ਚਰਚਾ ਦੇ ਵਿੱਚ ਸਤਿਗੁਰੂ ਤੋਂ ਹਾਰ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਹਾਨੂੰ ਭੁਲੇਖਾ ਲੱਗਿਆ, ਅਸੀਂ ਮਾਸ ਕੋਈ ਨਹੀਂ ਰਿੰਨਿਆ, ਅਸੀਂ ਤੇ ਇਹ ਕਈ ਗਊਆਂ ਦਾ ਦੁੱਧ ਇਕੱਠਾ ਕਰਕੇ ਤਸ਼ਮਈ ਖੀਰ ਰਿਝਣੀ ਧਰੀ ਹੈ। ਜੇ ਨਹੀਂ ਯਕੀਨ ਆਉਂਦਾ ਤੇ ਢੱਕਣ ਉਠਾ ਕੇ ਦੇਖ ਲਓ। ਜਦੋਂ ਢੱਕਣ ਚੁੱਕ ਕੇ ਵੇਖਿਆ ਤਾਂ ਉਹਦੇ ਵਿੱਚ ਖੀਰ ਰਿਝ ਰਹੀ ਆ, ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ, ਖੀਰ ਰਿਝ ਰਹੀ ਹੈ। ਜਦੋਂ ਖੀਰ ਵੇਖੀ ਤੇ ਬਾਅਦ ਵਿੱਚ ਕੁਰੂਕਸ਼ੇਤਰ ਦਾ ਜਿਹੜਾ ਇਹ ਹੈਗਾ ਸੀ ਤਿਉਹਾਰ, ਜਿਹੜਾ ਸੂਰਜ ਗ੍ਰਹਿਣ ਦਾ ਜਦੋਂ ਲੰਘਿਆ ਬਾਅਦ ਵਿੱਚ ਸਾਰਿਆਂ ਨੂੰ ਵਰਤਾਈ ਤੇ ਫਿਰ ਇਹ ਨਾਨੂ ਪੰਡਤ ਕਹਿਣ ਲੱਗਾ, ਕਹਿੰਦਾ ਜੀ ਭਵਿੱਖਤ ਪੁਰਾਣ ਦੇ ਵਿੱਚ ਜਿਹੜੇ ਵਚਨ ਆਏ ਆ ਨਾ, ਸਾਰੀ ਸੰਗਤ ਨੂੰ ਕਹਿਣ ਲੱਗਾ ਜਿਹੜੇ ਇਕੱਤਰ ਹੋਏ ਸਨ, ਤੇ ਉਹ ਵਚਨ ਜਿਹੜੇ ਅੱਜ ਫਲੀਭੂਤ ਹੋਏ ਆ, ਜਿਸ ਗੁਰੂ ਨਾਨਕ ਦੀ ਗੱਲ ਉਹਦੇ ਵਿੱਚ ਕੀਤੀ ਗਈ ਆ ਭਵਿੱਖਤ ਪੁਰਾਣ ਦੇ ਵਿੱਚ, ਇਹ ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਦੇ ਹਾਂ। ਕਹਿੰਦਾ ਪਹਿਲਾਂ ਮੈਂ ਪਖੰਡ ਕਰਦਾ ਸੀ, ਮੇਰਾ ਨਾਮ ਨਾਨੂ ਸੀ ਤੇ ਮੈਂ ਆਪਣੇ ਆਪ ਨੂੰ ਨਾਨਕ ਕਹਾਉਣਾ ਸ਼ੁਰੂ ਕੀਤਾ ਸੀ, ਪਰ ਮੈਂ ਤਾਂ ਕਰਦਾ ਸੀ ਪਖੰਡ, ਉਹ ਮੈਂ ਅੱਜ ਤੋਂ ਛੱਡਿਆ, ਪੂਰਨ ਸਤਿਗੁਰੂ ਦੇ ਦੀਦਾਰ ਹੋ ਗਏ। ਇਹ ਉਹੀ ਸਤਿਗੁਰੂ ਨੇ ਜਿਨ੍ਹਾਂ ਦੀ ਬਾਬਤ ਭਵਿੱਖਤ ਪੁਰਾਣ ਦੇ ਵਿੱਚ ਮਹਾਤਮਾ ਵੇਦ ਵਿਆਸ ਰਿਸ਼ੀ ਜੀ ਨੇ ਇਹ ਵਚਨ ਅੰਕਿਤ ਕੀਤੇ ਹੈ ਕਿ ਏਵੰ ਵੈ ਧਰਮ ਪ੍ਰਚਾਰਿਓ ਭਵਿਸ਼ਯਤੇ ਜਦਾ ਕਲੂ ਤਦਾ ਵੈ ਲੋਕ ਰਖਿਆਰਥੰ
ਮਲੇਸ਼ੀਆ ਤਾਂ ਨਾਸ਼ੇਤ ਪੇ ਪਸ਼ਚਮੇਤ ਸ਼ੁਭੰ ਦੇਸੇ ਬੇਦੀ ਵੰਸੇ ਚ ਨਾਨਕ। ਕਹਿੰਦੇ ਇਹ ਉਹੀ ਗੁਰੂ ਨਾਨਕ ਹੈ ਜੋ ਪੱਛਮ ਦੇ ਸ਼ੁਭ ਦੇਸ਼ ਦੇ ਵਿੱਚ ਜੀਵਾਂ ਦਾ ਕਲਿਆਣ ਕਰਨ ਵਾਸਤੇ ਵੇਦੀ ਕੁਲ ਦੇ ਵਿੱਚ ਪ੍ਰਗਟ ਹੋਇਆ, ਧਰਮ ਦਾ ਪ੍ਰਕਾਸ਼ ਕਰਨ ਵਾਸਤੇ, ਅਧਰਮ ਦਾ ਨਾਸ਼ ਕਰਨ ਵਾਸਤੇ। ਭਵਿੱਖਤ ਪੁਰਾਣ ਦੇ ਵਚਨ ਜਿਹੜੇ ਆ ਉਹ ਅੱਜ ਫਲੀਭੂਤ ਹੋਏ, ਉਸੇ ਗੁਰੂ ਨਾਨਕ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਇਹ ਆਪਣੇ ਘਰ ਲੈ ਕੇ ਗਿਆ ਸਤਿਗੁਰੂ ਨੂੰ। ਫਿਰ ਸਤਿਗੁਰੂ ਨੂੰ ਇਹਨੇ ਜੋ ਸ਼ੰਕਾ ਸੀ, ਪ੍ਰਸ਼ਨ ਸੀ, ਉਹ ਕੀਤਾ। ਸਤਿਗੁਰੂ ਕਹਿੰਦੇ 10ਵੇਂ ਜਾਮੇ ਵਿੱਚ ਤੈਨੂੰ ਉਹਦਾ ਉੱਤਰ ਦੇਵਾਂਗੇ। ਸਾਰੀ ਵਾਰਤਾ ਜਿਸ ਵੇਲੇ ਸਤਿਗੁਰੂ ਨੇ ਦੱਸੀ, ਹੱਥ ਜੋੜ ਕੇ ਭਾਈ ਵਿਸ਼ੰਬਰ ਦਾਸ ਬੜੇ ਅਚੰਭੇ ਜਿਹੇ ਵਿੱਚ ਆ ਗਿਆ। ਹਾਥ ਬੰਦ ਕਰ ਕਹਿ ਤੇ ਅਗੰਬਾ। ਤੇ ਹਰ ਤਰ੍ਹਾਂ ਦੇ ਦੰਭ ਪਖੰਡ ਤੋਂ ਰਹਿਤ ਹੋ ਕੇ ਸਤਿਗੁਰੂ ਨੂੰ ਹੱਥ ਜੋੜ ਕੇ ਕਹਿਣ ਲੱਗਾ, ਧਿਆਨ ਸਿੰਘ ਕਤ ਵਣਜ ਸੁਚਾਲਾ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਵਚਨ ਮੇਰਾ ਪੁੱਤਰ ਜਿਸ ਧਿਆਨ ਸਿੰਘ ਨੂੰ ਦੇ ਗਿਆ ਸੀ, ਉਹ ਧਿਆਨ ਸਿੰਘ ਦਾ ਤਾਂ ਵਣਜ ਵਪਾਰ ਬੜਾ ਸੁਚਾਲਾ ਚੰਗੀ ਚਾਲ ਵਿੱਚ ਚੱਲ ਪਿਆ। ਭਈ ਸੰਪਦਾ ਸਗਲ ਵਿਸਾਲਾ। ਉਹਦੇ ਘਰ ਵਿੱਚ ਤਾਂ ਸਾਰੀ ਸੰਪਦਾ, ਧਨ ਪਦਾਰਥ ਆ ਗਏ, ਬੜੇ ਵਿਸ਼ਾਲ, ਬੜੇ ਬਹੁਤ ਭਾਰੀ ਗਿਣਤੀ ਵਿੱਚ ਆ ਗਏ ਹਨ। ਕਿਉਂਕਿ ਜਿਸ ਦਿਨ ਇਹਨੇ ਸਤਿਗੁਰੂ ਦਾ ਵਚਨ ਖਰੀਦਿਆ, ਖੇਤ ਵਿੱਚ ਜਾ ਕੇ ਇਹਨੇ ਹਲ ਜੋੜਿਆ ਤੇ ਹਲ ਦੇ ਨਾਲ ਹੀ ਇਹਨੂੰ ਇੱਕ ਮੋਹਰਾਂ ਦਾ ਭਰਿਆ ਹੋਇਆ ਸੋਨੇ ਦੀਆਂ ਮੋਹਰਾਂ ਦਾ ਘੜਾ ਥੱਲੋਂ ਨਿਕਲਿਆ ਜ਼ਮੀਨ ਦੇ ਵਿੱਚੋਂ। ਇਹਨੇ ਫਿਰ ਬਹੁਤ ਸੁੰਦਰ ਮਕਾਨ ਬਣਾਇਆ, ਚੰਗਾ ਧਨ ਪਦਾਰਥ ਇਹਦੇ ਘਰ ਵਿੱਚ ਹੋ ਗਿਆ ਤੇ ਪਲਾਂ ਸ਼ਿਰਾਂ ਦੇ ਵਿੱਚ ਇਹ ਅਮੀਰ ਹੋ ਗਿਆ ਸੀ। ਸੋ ਬਹੁਤੀ ਧਨ ਸੰਪਦਾ ਵਿਸ਼ੰਬਰ ਦਾਸ ਕਹਿੰਦਾ ਭਾਈ ਧਿਆਨ ਸਿੰਘ ਦੇ ਘਰ ਆ ਗਈ ਹੈ। ਬਚਨ ਸਿਦਕ ਕੋ ਸੁਤ ਮਮ ਦੀਨਾ। ਕਿਉਂਕਿ ਮਹਾਰਾਜ ਜਿਹੜਾ ਸਿਦਕ ਦਾ, ਭਾਵਨਾ ਦਾ ਬਚਨ ਤੁਸੀਂ ਦਿੱਤਾ ਸੀ ਨਾ, ਉਹ ਮੇਰੇ ਪੁੱਤਰ ਨੇ ਇਹਨੂੰ ਦਿੱਤਾ ਸੀ ਧਿਆਨ ਸਿੰਘ ਨੂੰ। ਆਪ ਚਾਹਤ ਹਾਂ ਸੋ ਮਮ ਲੀਨਾ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਦੁਬਾਰਾ ਆਪ ਜੀ ਦੇ ਕੋਲੋਂ ਮੇਰੀ ਇੱਛਾ ਹੈ ਉਹ ਬਚਨ ਮਿਲ ਜਾਵੇ। ਗੁਰੂ ਕਹਿਓ ਹਮ ਦੀਨੋ ਤੋਹੇ। ਸਤਿਗੁਰੂ ਜੀ ਪ੍ਰਸੰਨ ਹੋਏ, ਦਇਆ ਦੇ ਘਰ ਵਿੱਚ ਆਏ, ਕਹਿੰਦੇ ਲੈ ਭਾਈ ਤੈਨੂੰ ਵੀ ਉਹ ਬਚਨ ਦਿੱਤਾ। ਬਿਨਾ ਤੋੜ ਜਿਸ ਤੇ ਤਨ ਹੋਏ। ਕਹਿੰਦੇ ਇਸ ਵਚਨ ਨਾਲ ਨਾ ਹੁਣ ਤੇਰੇ ਘਰ ਦੇ ਵਿੱਚ ਬਿਨਾਂ ਕਿਸੇ ਟੋਟੇ ਤੋਂ, ਬਿਨਾਂ ਕਿਸੇ ਘਾਟੇ ਤੋਂ ਬਹੁਤਾ ਧਨ ਤੇਰੇ ਘਰ ਹੋਵੇਗਾ। ਖਾਵੋ ਖਰਚ ਕਰੋ ਮਨ ਭਾਇਆ। ਮਨ ਭਾਇਆ, ਮਨ ਭਾਉਂਦਾ ਖਰਚੋ ਖਾਵੋ। ਦਿਨ ਪ੍ਰਤ ਸਭ ਕੁਛ ਵਧੈ ਸਵਾਇਆ। ਜਿੰਨਾ ਮਰਜ਼ੀ ਖਰਚ ਕਰੀ ਜਾਓ, ਦਿਨ ਪ੍ਰਤੀ ਦਿਨ ਇਹ ਸਵਾਇਆ ਹੀ ਵਧਦਾ ਜਾਵੇਗਾ, ਦੂਣਾ ਚੌਣਾ ਹੀ ਹੁੰਦਾ ਜਾਵੇਗਾ। ਤੋ ਜਾਣ ਜੈ ਨੇਤ ਵਿਸਾਲੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਉਹ ਪ੍ਰਮਾਤਮਾ ਦੀ ਜਿਹੜੀ ਨੇਤ ਵਰਤਦੀ ਆ, ਉਹਦੀ ਭਾਵੀ ਵਰਤਦੀ ਹੈ ਨਾ ਬਹੁਤ ਭਾਰੀ। ਗਰਜ ਗਰਜ ਕਨ ਬਹੁ ਜਲ ਢਾਲੇ। ਤੇ ਫਿਰ ਉਦੋਂ ਨਾ ਜਿਹੜਾ ਬੱਦਲ ਹੈ ਬੜਾ ਗਰਜਦਾ ਹੈ, ਗਰਜ ਗਰਜ ਕੇ ਬਹੁਤਾ ਹੀ ਵਰਸਦਾ ਹੁੰਦਾ ਹੈ। ਤੂੰ ਪ੍ਰੇਮੀ ਇੱਕ ਸਮ ਹੀ ਜਾਣਾ। ਸਤਿਗੁਰ ਕਹਿੰਦੇ ਅਸੀਂ ਜਾਣਿਆ ਕਿ ਤੂੰ ਇੱਕ ਪ੍ਰੇਮੀ, ਇੱਕ ਸਮਾਨ ਹੈ। ਕੰਗਾਲੀ ਦੇ ਵਿੱਚ ਵੀ ਤੇ ਅਮੀਰੀ ਦੇ ਵਿੱਚ ਵੀ, ਦੁੱਖ ਦੇ ਵਿੱਚ ਵੀ ਤੇ ਸੁੱਖ ਵਿੱਚ ਵੀ ਇੱਕ ਸਮਾਨ ਹੀ, ਇੱਕ ਬਰਾਬਰ ਹੀ ਤੇਰੇ ਮਨ ਦੀ ਸ਼ਰਧਾ ਭਾਵਨਾ ਗੁਰੂ ਘਰ ਤੇ ਰਹੀ ਹੈ। ਤੁਮ ਸੁਤ ਸ਼ਰਧਾ ਹੀ ਨ ਮਹਾਨਾ। ਹਾਂ, ਪਰ ਤੇਰਾ ਪੁੱਤਰ ਜਿਹੜਾ ਹਰਗੋਪਾਲ ਹੈ ਇਹ ਤਾਂ ਬੜਾ ਹੀ ਸ਼ਰਧਾਹੀਣ ਹੈ। ਸੇਵ ਭਾਵਨਾ ਤੋ ਮੈਂ ਜੈਸੇ। ਜਿਹੋ ਜੀ ਤੇਰੇ ਮਨ ਵਿੱਚ ਸੇਵਾ ਭਾਵਨਾ ਵਿਸ਼ੰਬਰ ਦਾਸ। ਸਤਿਗੁਰ ਕਰੇ ਪ੍ਰਾਤ ਉੱਠ ਤੈਸੇ। ਸਤਿਗੁਰੂ ਜੀ ਕਿਰਪਾ ਕਰਨਗੇ, ਸਵੇਰੇ ਉੱਠੀ ਉਹ ਭਾਵਨਾ ਵੀ ਤੇਰੀ ਪੂਰੀ ਹੋ ਜਾਵੇਗੀ। ਹਿਮ ਕੈ ਸ੍ਰੀ ਗੁਰ ਮੰਦਰ ਗਏ। ਇਸ ਤਰ੍ਹਾਂ ਵਚਨ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਗੁਰਦਰਬਾਰ ਦੇ ਵਿੱਚੋਂ ਗਏ ਤੇ ਆਪਣੇ ਨਿਜ ਸਥਾਨ, ਆਰਾਮ ਸਥਾਨ ਤੇ ਚਲੇ ਗਏ, ਸੁਖਾਸਨ ਸਥਾਨ ਤੇ। ਖਾਨ ਪਾਨ ਕਰ ਨਿਸਾ ਬਿਤਏ। ਇਸ ਤਰ੍ਹਾਂ ਸਭਨਾਂ ਨੇ ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕਿਆ ਤੇ ਰਾਤ ਬਤੀਤ ਹੋ ਗਈ। ਸੋ ਇੱਥੇ ਇਸ ਅੰਸ਼ੂ ਦੀ ਸਮਾਪਤੀ ਹੈ। ਕੱਲ ਨੂੰ ਅਗਲਾ ਪ੍ਰਸੰਗ ਜਿਵੇਂ ਆਵੇਗਾ, ਵਿਸ਼ੰਬਰ ਦਾਸ ਗੁਰਦਰਬਾਰ ਵਿੱਚ ਆਵੇਗਾ, ਕਿਵੇਂ ਸਤਿਗੁਰੂ ਜੀ ਉਹਨੂੰ ਅਰਦਾਸ ਕਰਨ ਦਾ ਤਰੀਕਾ ਦੱਸਣਗੇ, ਕਿਵੇਂ ਹੋਰ ਬਖਸ਼ਿਸ਼ਾਂ ਕਰਨਗੇ, ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸ਼ਾਮ ਦੀ ਕਥਾ ਵਿੱਚ ਇਸੇ ਪ੍ਰਕਾਰ ਸਰਵਣ ਕਰਾਂਗੇ। ਆਓ ਹੁਣ ਆਪਾਂ ਬੜੇ ਪਿਆਰ ਦੇ ਨਾਲ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਵਿੱਚ ਸ਼ਾਮਲ ਹੋਈਏ ਜੀ। ਦੇਹੋ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ। ਹਿਮ ਕੈ ਸ੍ਰੀ ਗੁਰ ਮੰਦਰ ਗਏ। ਖਾਨ ਪਾਨ ਕਰ ਨਿਸਾ ਬਿਤਏ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਰਾਮ। ਪ੍ਰਾਨਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਆਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਕੀ ਫਤਿਹ। ਤੂੰ ਠਾਕ